बंद रामदास अर्जन गुरु बार श्री हर गोबिंद हर राय हर कृष्ण गुर तेग बहादुर चंद दसवें गोबिंद सिंह गुर नमो चरण अरविंद जिसमें अमृत ज्ञान है माणिक भगत विराग गुरु ग्रंथ साहिब उद्धत बंदों कर अनुराग श्री गुरु शब्द कमाए जिन जीते पंच विकार तिन संतन को बंदना सिर चरणन पर तार एक अंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। सतनाम श्री वाहिगुरु साहिब जी। सगरो नगर हमारो है हर पै पेट यहाँ जो रहे श्री गुरु को कर आए विसाल देत नहीं सो कुछ किस काल सगरो नगर हमारो है। वाहिगुरु जी का खालसा वाहिगुरु जी की फतेह। साहिब आलम ज्ञान स्वरूप चवर छतर तखत दे मालिक जुग जुग अटल धन धन आद सतगुरु श्री गुरु ग्रंथ साहिब महाराज जियां दी अपार बख्शिश हो रही है। संध्या समय दे सुंदर दीवान सज रहे ने। सजे हुए दीवाना अंदर वडभागी सिख संगतां ने हाजरी भरदियां होया अमृतमय बाणी दा नितनेम सोदार श्री रहरास साहिब जियां दा अमृत बाणी दा जाप तुरकी बाणी दा हर जस कीर्तन गुरु घर दे कीर्तनियां दी पावन रसना तो सरवण कीता है। उपरंत जो सतगुरु पातशाह जियां दे पावन पवित्र जीवन दी लड़ीवार कथा विचार चल रही है। सतगुरु पातशाह जियां दे सन्मुख संगत रूप विच हाजरी भरदियां होया गुर इतिहास दी लड़ीवार कथा विचार सरवण करन दा सुभाग समा आपां नूं प्राप्त हो रहा है।
ਤੀਸਰੇ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਪਵਿੱਤਰ ਜੀਵਨ ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਦੀ ਮਹਾਨ ਰਚਨਾ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਆਪਾਂ ਕ੍ਰਮ ਅਨੁਸਾਰ ਸਰਵਣ ਕਰਦੇ ਹਾਂ। ਇਸ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਆਪਾਂ ਸਰਵਣ ਕਰ ਚੁੱਕੇ ਹਾਂ ਕਿ ਕਿਸ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਇੱਕ ਬ੍ਰਾਹਮਣ, ਇੱਕ ਦਿਜਬਰ, ਖੇਡੀ ਸੋਇਨੀ ਤੇ ਬਖਸ਼ਿਸ਼ਾਂ ਕੀਤੀਆਂ, ਜੋ ਕਿ ਪਹਿਲੀ ਅਵਸਥਾ ਵਿੱਚ ਦੁਰਗਾ ਦਾ, ਕਾਲੀ ਦਾ ਭਗਤ ਹੈ। ਔਰ ਸਤਿਗੁਰੂ ਪਾਤਸ਼ਾਹ ਜੀਆਂ ਨੇ ਐਸੀ ਕਲਾ ਵਰਤਾਈ, ਉਸ ਤੇ ਬਖਸ਼ਿਸ਼ਾਂ ਕੀਤੀਆਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸਿੱਖੀ ਦੀ ਦਾਤ ਉਸ ਦੀ ਝੋਲੀ ਪਾਈ ਔਰ ਉਸ ਨੂੰ ਨਾਮ ਜਪਣ ਤੇ ਜਪਾਉਣ ਦਾ ਉਪਦੇਸ਼ ਦੇ ਕੇ ਸੰਸਾਰ ਵਿੱਚ ਸਿੱਖੀ ਮਾਰਗ ਦਾ ਪ੍ਰਚਾਰ ਕਰਨ ਲਈ ਭੇਜਿਆ ਹੈ। ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਦਿਆਂ ਸੇਵਾ ਔਰ ਸਿਮਰਨ ਕਰਦਿਆਂ ਇਸ ਗੁਰੂ ਕੇ ਸੇਵਕ ਸਿੱਖ ਖੇਡਾ ਸੋਇਨੀ ਨੇ ਆਪਣਾ ਜੀਵਨ ਸਫਲ ਕੀਤਾ ਹੈ। ਇਸ ਤੋਂ ਅੱਗੇ ਭਾਈ ਸੰਤੋਖ ਸਿੰਘ ਸਾਹਿਬ ਇਸ ਪ੍ਰਸੰਗ ਵਿੱਚ ਲਿਖ ਰਹੇ ਨੇ ਕਿ ਜੋ ਗੋਇੰਦਾ ਖੱਤਰੀ ਹੈ, ਜਿਸ ਪਾਸੋਂ ਜ਼ਮੀਨ ਮੁੱਲ ਖਰੀਦ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਉਸ ਅਸਥਾਨ ਦੀ ਰਚਨਾ ਕੀਤੀ ਹੈ, ਉਸ ਦੀ ਜੋ ਅੱਗੋਂ ਔਲਾਦ ਹੈ, ਉਹਨਾਂ ਦੀ ਗੁਰੂ ਘਰ ਪ੍ਰਤੀ ਉਹ ਸ਼ਰਧਾ, ਉਹ ਭਾਵਨਾ ਨਹੀਂ ਹੈ ਜੋ ਉਹਨਾਂ ਦੇ ਬਜ਼ੁਰਗ ਦੀ ਸੀ, ਗੋਂਦੇ ਖੱਤਰੀ ਦੀ ਸੀ। ਹੁਣ ਇਸ ਪ੍ਰਕਾਰ ਇਹ ਗੋਂਦੇ ਖੱਤਰੀ ਦੀ ਜੋ ਔਲਾਦ ਹੈ, ਇਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ 'ਚ ਆਉਂਦੇ ਨੇ ਔਰ ਸਤਿਗੁਰਾਂ ਦੇ ਨਾਲ ਜੋ ਇਹਨਾਂ ਦੀ ਵਾਰਤਾਲਾਪ ਹੁੰਦੀ ਹੈ ਔਰ ਕਿਵੇਂ ਇਹ ਹੰਕਾਰ ਵਿੱਚ ਆ ਕੇ ਸਤਿਗੁਰੂ ਪਾਤਸ਼ਾਹ ਜੀਆਂ ਨਾਲ ਈਰਖਾ ਕਰਦੇ ਨੇ ਔਰ ਗੁਰੂ ਨਾਲ ਮੱਥਾ ਲਾਉਣ ਵਾਲੇ ਦਾ ਹਸ਼ਰ ਕੀ ਹੁੰਦਾ ਹੈ, ਇਸ ਪ੍ਰਸੰਗ ਵਿੱਚ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਬੜੀ ਕਿਰਪਾ ਕੀਤੀ ਹੈ, ਬੜੇ ਵਿਸਥਾਰ ਨਾਲ ਸਾਡੇ ਸਾਹਮਣੇ ਰੱਖਿਆ ਹੈ। ਸੋ ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਪਵਿੱਤਰ ਜੀਵਨ ਔਰ ਸਤਿਗੁਰੂ ਦੀ ਬਖਸ਼ਿਸ਼ ਜੋ ਇਸ ਪਾਵਨ ਅਧਿਆਇ ਵਿੱਚ ਵਰਣਨ ਹੈ, ਲੜੀਵਾਰ ਕਥਾ ਦੌਰਾਨ ਸਰਵਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਖੁਸ਼ੀ ਔਰ ਸਤ ਸੰਗਤ ਦੇ ਸਮੇਂ ਨੂੰ ਸਫਲ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਗਰੋ ਨਗਰ ਹਮਾਰੋ ਅਹੈ। ਕਹਿੰਦੇ ਇਹ ਗੋਇੰਦਾ ਜੋ ਖੱਤਰੀ ਹੈ, ਇਹਦੀ ਔਲਾਦ, ਇਹਦੇ ਪੁੱਤਰ ਸਤਿਗੁਰੂ ਮਹਾਰਾਜ ਜੀਆਂ ਦੇ ਪਾਸ ਆਏ ਤੇ ਕਹਿੰਦੇ ਨੇ ਕਿ ਸਾਰੀ ਜਿਹੜੀ ਨਗਰੀ ਹੈ, ਗੋਇੰਦਵਾਲ ਜੋ ਵਸਿਆ ਹੋਇਆ ਹੈ, ਇਹ ਸਾਡਾ ਇਲਾਕਾ ਸੀ, ਇਹ ਸਾਡੀ ਹੀ ਜ਼ਮੀਨ ਸੀ। ਅਰ ਪੈ ਭੇਟ ਇਹਾਂ ਜੋ ਰਹੈ। ਔਰ ਸਾਡੀ ਜ਼ਮੀਨ ਵਿੱਚ ਹੀ ਇਹ ਅਸਥਾਨ ਬਣਿਆ ਹੋਇਆ ਹੈ। ਹਾਲਾਂਕਿ ਸਤਿਗੁਰਾਂ ਨੇ ਮਾਇਆ ਦੇ ਕੇ ਇਸ ਥਾਂ ਨੂੰ ਮੁੱਲ ਖਰੀਦਿਆ ਹੋਇਆ ਹੈ, ਪਰ ਇਹਨਾਂ ਦੇ ਮਨ ਵਿੱਚ ਇਹ ਖਿਆਲ ਹੈ ਕਿ ਹੁਣ ਦੇਖੋ ਇੱਥੇ ਕਿੰਨੀਆਂ ਸੰਗਤਾਂ ਜਿਹੜੀਆਂ ਨੇ ਉਹ ਭੇਟਾਵਾਂ ਅਰਪਣ ਕਰਦੀਆਂ ਹਨ। ਸ਼੍ਰੀ ਗੁਰ ਕੋ ਘਰ ਇਹ ਬਸਾਲਾ। ਔਰ ਇਹ ਗੁਰੂ ਦਾ ਘਰ ਬਣ ਚੁੱਕਾ ਹੈ, ਬਹੁਤ ਵੱਡਾ। ਦੇਤ ਨਹੀਂ ਕੁਛ ਕਿਸ ਕੋ ਕਾਲ। ਔਰ ਗੁਰੂ ਸਾਹਿਬ ਜੋ
ਕਦੇ ਵੀ ਕਿਸੇ ਸਮੇਂ ਵੀ ਸਾਨੂੰ ਕੁਝ ਦਿੰਦੇ ਨਹੀਂ ਹਨ। ਆਵਤ ਇਨਕੇ ਦਰਬ ਬਡੇਰੋ, ਇਹਨਾਂ ਦੇ ਪਾਸ ਤਾਂ ਬਹੁਤ ਧਨ ਆਉਂਦਾ ਹੈ, ਔਰ ਇਹ ਧਨ ਜਿਹੜਾ ਹੈ ਆਪ ਹੀ ਰੱਖ ਲੈਂਦੇ ਨੇ। ਇਹ ਥਾਂ, ਇਹ ਇਲਾਕਾ, ਇਹ ਜ਼ਮੀਨ ਤਾਂ ਸਾਡੀ ਹੈ। ਸਾਡੀ ਜ਼ਮੀਨ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਕਿੰਨੀਆਂ ਸੰਗਤਾਂ ਧਨ ਪਦਾਰਥ ਚੜਾਵਾ ਚੜਾਉਂਦੀਆਂ ਨੇ, ਤੇ ਗੁਰੂ ਸਾਹਿਬ ਸਾਨੂੰ ਕੁਝ ਦਿੰਦੇ ਨਹੀਂ ਹਨ। ਸਾਡਾ ਵੀ ਕੋਈ ਨਾ ਕੋਈ ਹੱਕ ਬਣਦਾ ਹੈ ਨਾ। ਇਸ ਤਰ੍ਹਾਂ ਦੇ ਕਹਿੰਦੇ ਖਿਆਲ ਇਹਨਾਂ ਦੇ ਮਨ ਵਿੱਚ ਆ ਗਏ ਹਨ। ਚਲਹਿ ਦੇਗ ਅਨਰ ਅਚਹਿ ਕਨੇਰੇ, ਔਰ ਫਿਰ ਬੜੀ ਦੇਗ ਚੱਲਦੀ ਹੈ ਤੇ ਲੰਗਰ ਚੱਲਦਾ ਹੈ, ਬਹੁਤ ਸਾਰੇ ਲੋਕ ਛਕਦੇ ਛਕਾਉਂਦੇ ਹਨ। ਉਚਿਤ ਅਬਹਿ ਇਨ ਤੇ ਧਨ ਲੀਜਹਿ, ਇਸ ਕਰਕੇ ਹੁਣ ਇਹ ਉਚਿਤ ਹੈ, ਇਹ ਗੱਲ ਯੋਗ ਹੈ ਕਿ ਇਹਨਾਂ ਦੇ ਕੋਲੋਂ ਜਾ ਕੇ ਧਨ ਲੈਣਾ ਚਾਹੀਦਾ ਹੈ। ਹਕ ਚੌਧਰਤਾ ਕੋ ਕਹਿ ਦੀਜਹਿ, ਔਰ ਅਸੀਂ ਇਸ ਇਲਾਕੇ ਦੇ ਚੌਧਰੀ ਹਾਂ, ਇਹ ਸਾਡਾ ਹੱਕ ਹੈ, ਇਹਨਾਂ ਨੂੰ ਜਾ ਕੇ ਦੱਸ ਦੇਣਾ ਚਾਹੀਦਾ ਹੈ। ਇਹੋ ਜਿਹੀਆਂ ਵਿਚਾਰਾਂ ਬਣਾ ਕੇ ਮਹਾਰਾਜ ਜੀ ਦੇ ਹਜ਼ੂਰ ਆਏ ਹਨ। ਪ੍ਰਥਮ ਆਮਦਨ ਕੀ ਧਨ ਥੋਰੀ, ਔਰ ਮਨ ਵਿੱਚ ਇਹਨਾਂ ਦੇ ਖਿਆਲ ਹੈ ਕਿ ਪਹਿਲਾਂ ਤਾਂ ਗੁਰੂ ਘਰ ਦੇ ਵਿੱਚ ਸੰਗਤ ਬਹੁਤ ਘੱਟ ਆਉਂਦੀ ਸੀ, ਔਰ ਜਿਹੜੀ ਆਮਦਨ ਸੀ, ਮਾਇਆ ਸੀ, ਬਹੁਤ ਥੋੜੀ ਸੀ। ਅਬ ਚਾਹੂੰ ਦਿਸ਼ ਤੇ ਆਏ ਅਕੋਰੀ, ਹੁਣ ਤਾਂ ਚੌਹਾਂ ਦਿਸ਼ਾਵਾਂ ਵਿੱਚੋਂ ਦੂਰ ਦਰੇਡਿਓਂ ਸੰਗਤਾਂ ਆਉਂਦੀਆਂ ਨੇ। ਅਕੋਰ ਮੈਂ ਨਾ ਭੇਟਾ, ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ, ਤਰ੍ਹਾਂ ਤਰ੍ਹਾਂ ਦੇ ਚੜਾਵੇ, ਕਿੰਨਾ ਧਨ, ਕਿੰਨੀ ਮਾਇਆ ਹੁਣ ਗੁਰੂ ਦੇ ਪਾਸ ਆ ਰਹੀ ਹੈ। ਮਤ ਮਲੀਨ ਮਿਥਿਆ ਅਭਮਾਨੀ, ਇਉਂ ਕਹਿੰਦੇ ਮਿਥਿਆ ਅਭਿਮਾਨੀ ਹੋ ਗਏ ਨੇ। ਇਹਨਾਂ ਦੀ ਮੱਤ ਜਿਹੜੀ ਹੈ ਇਹ ਮਲੀਨ ਹੋ ਗਈ ਹੈ, ਇਹ ਮੈਲੀ ਮੱਤ ਹੋ ਗਈ ਹੈ। ਇਸ ਤਰ੍ਹਾਂ ਦੇ ਜਿਹੜੇ ਖਿਆਲ ਇਹਨਾਂ ਦੇ ਮਨ ਵਿੱਚ ਆ ਰਹੇ ਹਨ। ਨਿਕਟ ਗੁਰੂ ਨਹਿ ਮਹਿਮਾ ਜਾਨੀ, ਇਉਂ ਕਹਿੰਦੇ ਇਹ ਸਤਿਗੁਰੂ ਦੀ ਹਜ਼ੂਰੀ 'ਚ ਹੀ ਰਹਿੰਦੇ ਨੇ, ਗੋਇੰਦਵਾਲ ਸਾਹਿਬ ਵਿਖੇ ਰਹਿੰਦੇ ਨੇ, ਪਰ ਕਹਿੰਦੇ ਦੇਖੋ ਗੁਰੂ ਦੇ ਪਾਸ, ਗੁਰੂ ਦੀ ਨਗਰੀ ਵਿੱਚ ਰਹਿ ਕੇ ਵੀ ਇਹ ਗੁਰੂ ਦੀ ਮਹਿਮਾ ਨੂੰ ਨਹੀਂ ਜਾਣ ਸਕੇ। ਤੀਰਥ ਬਾਸੀ ਜਿਮ ਨਰ ਹੋਵਹਿ, ਭਾਈ ਸੰਤੋਖ ਸਿੰਘ ਸਾਹਿਬ ਜੀ ਇੱਥੇ ਇੱਕ ਉਦਾਹਰਣ ਦੇ ਰਹੇ ਨੇ, ਆਪਣਾ ਤਜਰਬਾ ਦੱਸ ਰਹੇ ਨੇ। ਕਹਿੰਦੇ ਜਿਸ ਤਰ੍ਹਾਂ ਆਪਾਂ ਦੁਨੀਆ 'ਚ ਦੇਖ ਲਈਏ, ਜਿੱਥੇ ਕਿਤੇ ਵੀ ਬਹੁਤ ਵੱਡਾ ਬੜਾ ਪ੍ਰਸਿੱਧ ਧਾਰਮਿਕ ਅਸਥਾਨ ਹੋਵੇਗਾ, ਉਸ ਅਸਥਾਨ ਤੇ ਉਸ ਨਗਰ ਵਿੱਚ, ਉਸ ਸ਼ਹਿਰ ਵਿੱਚ ਰਹਿਣ ਵਾਲੇ ਜਿਹੜੇ ਲੋਕ ਹੁੰਦੇ ਨੇ, ਉਹਨਾਂ ਦੀ ਕਹਿੰਦੇ ਉਸ ਅਸਥਾਨ ਤੇ ਓਨੀ ਸ਼ਰਧਾ ਨਹੀਂ ਹੁੰਦੀ। ਨਹੀਂ ਮਹਾਤਮ ਤੈਨ ਕੋ ਜੋਵਹਿ, ਕਹਿੰਦੇ ਉਸ ਅਸਥਾਨ ਦਾ ਮਹਾਤਮ ਨਹੀਂ ਜਾਣਦੇ। ਉਹਨਾਂ ਦੇ ਮਨ ਵਿੱਚ ਹੁੰਦਾ ਹੈ ਕਿ ਤਾਂ ਸਾਡੇ ਇਸੇ ਨਗਰ ਦਾ ਹੀ ਸਥਾਨ ਹੈ, ਇਹ ਤਾਂ ਸਾਡੇ ਸ਼ਹਿਰ ਵਿੱਚ ਹੀ ਹੈ, ਜਦੋਂ ਮਰਜ਼ੀ ਦਰਸ਼ਨ ਕਰ ਲਵਾਂਗੇ, ਇਹ ਕੋਈ ਵੱਡੀ ਗੱਲ ਨਹੀਂ। ਕਿਉਂ ਕਹਿੰਦੇ ਉਸ ਅਸਥਾਨ ਦੀ ਜਿਹੜੀ ਮਹਾਨਤਾ ਹੈ ਉੱਥੋਂ ਦੇ ਰਹਿਣ ਵਾਲੇ ਲੋਕਾਂ ਵਿੱਚ ਓਨੀ ਨਹੀਂ ਹੁੰਦੀ ਜਿੰਨੀ ਦੂਰੋਂ ਦਰਸ਼ਨ ਕਰਨ ਵਾਲਿਆਂ ਦੇ ਮਨ ਵਿੱਚ ਹੁੰਦੀ ਹੈ। ਨਹਿ ਸ਼ਰਧਾ ਸੋਂਦੇ ਸ਼ਨਾਨੇ, ਇਉਂ ਕਹਿੰਦੇ ਨਾ ਉਹਨਾਂ 'ਚ ਸ਼ਰਧਾ ਹੁੰਦੀ ਹੈ, ਔਰ ਨਾ ਹੀ ਇਸ ਭਾਵ ਦੇ ਨਾਲ ਕਹਿੰਦੇ ਉੱਥੇ ਇਸ਼ਨਾਨ ਕਰਦੇ ਹਨ। ਨਿਸ ਦਿਨ ਮੂੜ ਅਵਗਿਆ ਠਨ ਹੈ, ਸਗੋਂ ਇਸ ਤਰ੍ਹਾਂ ਦੇ ਜਿਹੜੇ ਮੂੜ ਲੋਕ ਨੇ, ਇਹ ਨਿਸ ਦਿਨ, ਨਿਸ ਮਨ ਰਾਤ, ਰਾਤ ਦਿਨ ਸਗੋਂ ਕਹਿੰਦੇ ਅਵਗਿਆ ਹੀ ਕਰਦੇ ਹਨ। ਜਾਹੇ ਦੂਰ ਤੇ ਸਾਦਰ ਮੱਝਹਿ, ਔਰ ਜਿਹੜੇ ਦੂਰ ਤੋਂ ਆਉਂਦੇ ਨੇ, ਪੈਂਡਾ ਤੈਅ ਕਰਕੇ ਆਉਂਦੇ ਨੇ, ਸਮਾਂ ਕੱਢ ਕੇ ਆਉਂਦੇ ਨੇ, ਭਾਵਨਾ ਰੱਖਦੇ ਨੇ, ਕਹਿੰਦੇ ਉਹਨਾਂ ਦੇ ਅੰਦਰ ਬੜੀ ਭਾਵਨਾ ਹੁੰਦੀ ਹੈ। ਜਿਹੜੇ ਉਸ ਮਹਾਨ ਅਸਥਾਨ ਤੇ ਹੀ ਰਹਿਣ ਵਾਲੇ ਹੁੰਦੇ ਨੇ, ਉਹਨਾਂ ਅੰਦਰ ਉਨੀ ਭਾਵਨਾ ਨਹੀਂ ਹੁੰਦੀ। ਸ਼ੁਭ ਫਲ ਪ੍ਰਾਪਤ ਕਲ ਮਲ ਭਜਹਿ, ਇਉਂ ਕਹਿੰਦੇ ਨੇ ਭਾਈ ਸੰਤੋਖ ਸਿੰਘ ਸਾਹਿਬ ਕਿ ਜਿਹੜੇ ਦੂਰੋਂ ਆਉਂਦੇ ਨੇ ਸ਼ਰਧਾ ਨਾਲ, ਭਾਵਨਾ ਨਾਲ, ਉਹ ਫਿਰ ਇਹਨਾਂ ਧਰਮ ਅਸਥਾਨਾਂ ਤੇ, ਤੀਰਥ ਅਸਥਾਨਾਂ ਤੇ ਆ ਕੇ ਇਸ਼ਨਾਨ ਕਰਦੇ ਨੇ, ਦਰਸ਼ਨ ਕਰਦੇ ਨੇ, ਜਿਸ ਕਰਕੇ ਉਹਨਾਂ ਦੇ ਕਲ ਮਲ ਜਿਹੜੇ ਪਾਪ ਨੇ ਉਹ ਭੱਜੇ ਹੀ ਨਾਸ਼ ਹੋ ਜਾਂਦੇ ਹਨ। ਤਿਮ ਇਹ ਮੂਰਖ ਹਿਰਦੇ ਮਲੀਨੇ, ਇਸੇ ਤਰ੍ਹਾਂ ਕਹਿੰਦੇ ਇਹ ਗੋਂਦੇ ਖੱਤਰੀ ਦੇ ਜਿਹੜੇ ਪੁੱਤਰ ਨੇ, ਔਲਾਦ ਹੈ, ਇਹ ਗੋਇੰਦਵਾਲ ਸਾਹਿਬ ਹੀ ਰਹਿੰਦੇ ਨੇ। ਸੋ ਇਹਨਾਂ ਦੀ ਉਹ ਭਾਵਨਾ ਨਹੀਂ ਹੈ ਬੌਲੀ ਸਾਹਿਬ ਤੇ, ਗੁਰੂ ਸਾਹਿਬ ਤੇ। ਸੋ ਕੋਈ ਪੂਰਬਲਾ ਇਹਨਾਂ ਦਾ ਮਾੜਾ ਕਰਮ ਹੈ। ਇਸ ਤਰ੍ਹਾਂ ਦੇ ਕਹਿੰਦੇ ਇਹਨਾਂ ਦੇ
ਮੰਦੀ ਮਤ ਵਾਲਿਆਂ ਦੇ ਮਨ ਵਿੱਚ ਖਿਆਲ ਆ ਰਹੇ ਹਨ, ਗੁਰੂ ਮਹਾਤਮ ਨਹਿ ਮਨ ਚੀਨੇ। ਜਿਸ ਕਰਕੇ ਕਹਿੰਦੇ ਇਹ ਮੰਦੀ ਮਤ ਹੋਈ ਪਈ ਹੈ। ਜਿਸ ਤਰ੍ਹਾਂ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀਆਂ ਦੇ ਅੰਮ੍ਰਿਤ ਬਚਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਅੰਦਰ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਕਹਿੰਦੇ ਜਿਹੜਾ ਅੰਦਰ ਵਿਵੇਕ ਦਾ ਦੀਵਾ ਬਲਦਾ ਸੀ ਨਾ, ਉਹ ਮੈਲਾ ਹੋ ਗਿਆ, ਮੱਧਮ ਹੋ ਗਿਆ ਹੈ ਅਗਿਆਨਤਾ ਕਰਕੇ। ਅਵਿਦਿਆ ਦੇ ਪ੍ਰਭਾਵ ਨਾਲ ਗਿਆਨ ਦਾ ਜਿਹੜਾ ਦੀਪਕ ਹੈ ਮੱਧਮ ਹੋਇਆ ਪਿਆ ਹੈ। ਇਉਂ ਕਹਿੰਦੇ ਇਹਨਾਂ ਦੇ ਅੰਦਰ ਦੀ ਹਾਲਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਜੋ ਮਹਾਤਮ ਹੈ, ਸਤਿਗੁਰਾਂ ਦੀ ਸ਼ਕਤੀ, ਗੁਰੂ ਦੀ ਵਡਿਆਈ, ਇਹ ਨਹੀਂ ਜਾਣ ਸਕੇ। ਲਗੇ ਅਵਗਿਆ ਕਰਨ ਘੁਟਾਲੀ। ਇਉਂ ਕਹਿੰਦੇ ਘੁਟਾਲੀ ਖੋਟਾ ਕੰਮ ਕਰਨ ਲੱਗੇ ਨੇ, ਬੜੀ ਨਰਾਦਰੀ, ਬੜੀ ਅਵਗਿਆ ਕਰਨ ਜਾ ਰਹੇ ਹਨ। ਹੰਕਾਰੀ ਦੁਰਮਤੀ ਕੁਚਾਲੀ। ਕਹਿੰਦੇ ਐਸਾ ਇਹਨਾਂ ਦਾ ਜੀਵਨ ਹੈ। ਇੱਕ ਤਾਂ ਬੜੇ ਹੰਕਾਰੀ ਨੇ, ਇਹਨਾਂ ਨੂੰ ਹੰਕਾਰ ਹੈ ਕਿ ਸਾਰਾ ਇਲਾਕਾ ਸਾਡਾ ਹੈ, ਸਾਡੀ ਧਰਤੀ ਹੈ, ਫਿਰ ਅਸੀਂ ਇੱਥੋਂ ਦੇ ਚੌਧਰੀ ਹਾਂ, ਇਸ ਗੱਲ ਦਾ ਹੰਕਾਰ ਹੈ। ਫਿਰ ਕਹਿੰਦੇ ਨੇ ਕਿ ਦੁਰਮਤੀ, ਦੁਰਮੈਨਾ ਖੋਟੀ, ਖੋਟੀ ਮੱਤ ਵਾਲੇ ਨੇ, ਭੈੜੀ ਮੱਤ ਵਾਲੇ ਹਨ। ਫਿਰ ਕਹਿੰਦੇ ਕੁਚਾਲੀ, ਚਾਲ ਮੈਨਾ ਜੋ ਚਾਲ ਚੱਲਣ ਹੈ, ਕੋ ਮੈਨਾ ਖੋਟਾ। ਕੁਚਾਲ ਕਹਿੰਦੇ ਖੋਟੀ ਚਾਲ ਚੱਲਣ ਵਾਲਾ, ਜੋ ਖੋਟਾ ਵਿਅਕਤੀ ਹੈ, ਮਾੜੀਆਂ ਸੋਚਾਂ ਸੋਚਣ ਵਾਲਾ, ਇਹੋ ਜਿਹਾ ਕਹਿੰਦੇ ਇਹਨਾਂ ਦਾ ਸੁਭਾਵ ਹੈ। ਖੋਟੀਆਂ ਚਾਲਾਂ ਚੱਲਣ ਵਾਲੇ, ਭੈੜੀ ਮੱਤ ਵਾਲੇ, ਅਸ਼ਰਦਕ ਤੇ ਹੰਕਾਰੀ ਹਨ। ਸਤਿਗੁਰ ਨਿਕਟ ਜਾਏ ਕਰ ਬੈਸੇ। ਇਸ ਤਰ੍ਹਾਂ ਦੇ ਮਨ ਵਿੱਚ ਖਿਆਲ ਲਿਆ ਕੇ ਕਿ ਭਾਈ ਅਸੀਂ ਤਾਂ ਬੜੇ ਚੌਧਰੀ ਹਾਂ, ਸਾਰਾ ਇਲਾਕਾ ਸਾਡਾ ਹੈ, ਗੁਰੂ ਸਾਹਿਬ ਕੋਲ ਬੜਾ ਧਨ ਆਉਂਦਾ ਹੈ, ਸਾਨੂੰ ਵੀ ਉਹਨਾਂ ਨੂੰ ਦੇਣਾ ਚਾਹੀਦਾ, ਅਸੀਂ ਵੀ ਚੌਧਰੀ ਹਾਂ। ਇਹ ਮਨ ਵਿੱਚ ਖਿਆਲ ਬਣਾ ਕੇ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਸੰਗਤ ਵਿੱਚ ਪਹੁੰਚੇ ਹਨ। ਭਰੇ ਲੋਭ ਬੋਲੇ ਤਬ ਐਸੇ। ਹਿਰਦੇ ਵਿੱਚ ਅੰਦਰ ਕਹਿੰਦੇ ਬੜਾ ਲੋਭ ਹੈ, ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਸਾਧ ਸੰਗਤ ਜੀ ਲੋਭੀ ਤੇ ਲਾਲਚੀ ਤੋਂ ਦੂਰ ਰਹਿਣ ਦੀ ਆਗਿਆ ਦਿੱਤੀ ਹੈ ਗੁਰਬਾਣੀ ਅੰਦਰ। ਮਹਾਰਾਜ ਜੀ ਦੇ ਬਚਨ ਨੇ, ਲੋਭੀ ਕਾ ਵੇ ਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ। ਕਹਿੰਦੇ ਭਾਈ ਜੇ ਪਾਰ ਲੰਘਣਾ ਚਾਹੁੰਦਾ ਹੈ ਨਾ, ਲੋਭੀ ਤੇ ਲਾਲਚੀ ਬੰਦੇ ਉੱਪਰ ਭਰੋਸਾ ਨਾ ਕਰੀ। ਇਹ ਲੋਭੀ ਜਿਹੜਾ ਹਮੇਸ਼ਾ ਦੁਖੀ ਹੁੰਦਾ ਹੈ। ਜਿਸ ਤਰ੍ਹਾਂ ਸ਼੍ਰੀਮਾਨ ਪੰਡਿਤ ਗੁਲਾਬ ਸਿੰਘ ਸਾਹਿਬ ਜੀ ਨੇ ਭਾਵ ਰਸ ਅੰਮ੍ਰਿਤ ਗ੍ਰੰਥ ਵਿੱਚ ਲਿਖਿਆ ਹੈ, ਕਹਿੰਦੇ ਜਾਂ ਭਵ ਸਾਗਰ ਮਾਹੇ ਸੁਨੋ, ਔਰ ਲੋਭ ਲੱਗੇ ਦੁੱਖ ਕੌਣ ਨਾ ਪਾਈ। ਕਹਿੰਦੇ ਸੰਸਾਰ ਵਿੱਚ ਭਾਈ ਦੇਖ ਲਓ ਕਿ ਇਹੋ ਜਿਹਾ ਕਿਹੜਾ ਬੰਦਾ ਹੈ ਜਿਹੜਾ ਲੋਭੀ ਵੀ ਹੋਵੇ ਤੇ ਸੁਖੀ ਹੋਵੇ। ਦੋਵੇਂ ਗੱਲਾਂ ਨਹੀਂ ਹੋ ਸਕਦੀਆਂ। ਕਹਿੰਦੇ ਜਿਹੜਾ ਲੋਭੀ ਹੈ ਨਾ, ਲਾਲਚੀ ਹੈ, ਕਹਿੰਦੇ ਉਹ ਦੁਖੀ ਹੋਵੇਗਾ ਹਮੇਸ਼ਾ। ਇਹ ਗੱਲ ਵੱਖਰੀ ਹੈ ਕਿ ਦੁਨੀਆ ਨੂੰ ਉਸ ਦੀ ਹਾਲਤ ਬਾਰੇ ਨਾ ਪਤਾ ਹੋਵੇ, ਕਹਿ ਦੇਣਗੇ ਬੜਾ ਸੁਖੀ ਹੈ, ਪਰ ਕਹਿੰਦੇ ਲੋਭੀ ਤੇ ਲਾਲਚੀ ਬੰਦਾ ਦੁਖੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਲਾਲਚ ਛੋਡੋ ਅੰਧੇ ਹੋ, ਲਾਲਚ ਦੁੱਖ ਭਾਰੀ, ਇਹ ਬੜਾ ਭਾਰੀ ਦੁੱਖ ਹੈ। ਇਹ ਭਾਈ ਇਸ ਨੂੰ ਛੱਡ ਦਿਓ, ਇਹ ਅਗਿਆਨੀ ਬੰਦੇ ਇਸ ਨੂੰ ਛੱਡ ਦੇ। ਸੋ ਇਸ ਕਰਕੇ ਕਹਿੰਦੇ ਇਹ ਲੋਭ ਹੈ। ਇਹ ਲੋਭਾ ਲੰਪੜ ਸੰਗ ਸਿਰ ਮੂਰਾ, ਅਨਕ ਲਹਿਰੀ ਕਲੋਲ ਤੇ, ਧਾਵੰਤ ਜੀਆ ਬਹੁ ਪ੍ਰਕਾਰ ਅਨਕ ਭਾਂਤ ਬਹੁ ਡੋਲਤੇ। ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ। ਕਹਿੰਦੇ ਜਦੋਂ ਲੋਭ ਹਾਵੀ ਹੋ ਜਾਏ ਨਾ, ਇਹ ਬੰਦਾ ਫਿਰ ਬੜਾ ਦੌੜਦਾ ਹੈ। ਇਸ ਕਰਕੇ ਲੋਭ ਨੂੰ ਮਹਾਰਾਜ ਕਹਿੰਦੇ ਕੁੱਤੇ ਦੀ ਤਰ੍ਹਾਂ ਹੈ। ਜਿਵੇਂ ਕੁੱਤਾ ਥਾਂ ਥਾਂ ਤੇ ਭਟਕਦਾ ਹੈ, ਲੋਕ ਕੁੱਤੇ ਦੀ ਕਿੰਨੀ ਕੁ ਇੱਜ਼ਤ ਕਰਦੇ ਨੇ। ਸੋ ਜਿਸ ਨਾਲ ਬਹੁਤੀ ਨਫ਼ਰਤ ਕਰੀਏ, ਜਿਸ ਨੂੰ ਬਹੁਤਾ ਕੋ ਮਾੜਾ ਕਹਿਣਾ ਹੋਵੇ, ਉਹਨੂੰ ਕਹਿੰਦੇ ਕੁੱਤੇ ਵਰਗਾ ਹੈ। ਸੋ ਐਸਾ ਨੀਚ ਸਮਝਿਆ ਜਾਂਦਾ ਹੈ ਕਰਮ ਕਰਕੇ। ਤਾਂ ਮਹਾਰਾਜ ਕਹਿੰਦੇ ਲੋਭ ਐਸਾ ਹੀ ਹੈ। ਔਰ ਇਹ ਲੋਭ ਦਾ ਕੁੱਤਾ ਕਹਿੰਦੇ ਜਦੋਂ ਕਿਸੇ ਅੰਦਰ ਭੌਂਕਦਾ ਹੈ, ਅੰਤਰ ਲੋਭ ਭੌਂਕਿਆ ਜਿਸ ਕੁੱਤਾ, ਤਾਂ ਮਹਾਰਾਜ ਕਹਿੰਦੇ ਫਿਰ ਉਹ ਬੰਦਾ ਬੜਾ ਦੁਖੀ ਹੁੰਦਾ ਹੈ। ਸੋ ਐਸੇ ਇਹ ਲੋਭੀ ਜੀਵਨ ਵਾਲੇ ਨੇ। ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਆਪਣੇ ਅੰਦਰ ਲੋਭ ਧਾਰ ਕੇ ਗੁਰੂ ਅਮਰਦਾਸ ਜੀਆਂ ਦੀ ਸੰਗਤ ਵਿੱਚ ਆਏ
ਸਤਿਗੁਰਾਂ ਦੇ ਸਨਮੁਖ ਬੈਠ ਕੇ ਇਉਂ ਕਹਿਣ ਲੱਗੇ ਹਨ। ਹਮਰੇ ਨਗਰ ਬਾਸ ਜੇ ਕੀਜੈ। ਕਹਿਣ ਲੱਗੇ ਕਿ ਗੁਰੂ ਜੀ ਹਮਰੇ ਨਗਰ, ਇਹੀ ਮੂਰਖ ਦਾ ਤੇ ਲੋਭੀ ਦਾ ਸੁਭਾਅ ਹੁੰਦਾ ਹੈ ਨਾ। ਗੁਰੂ ਅਰਜਨ ਸਾਹਿਬ ਮਹਾਰਾਜ ਬਾਣੀ 'ਚ ਕਹਿੰਦੇ ਨੇ, ਕਹਿੰਦੇ ਜਿਹੜਾ ਮੂਰਖ ਹੈ ਨਾ, ਲੋਭੀ ਹੰਕਾਰੀ, ਉਹ ਕਹੇਗਾ ਇਹ ਜ਼ਮੀਨ ਮੇਰੀ, ਧਰਤੀ ਮੇਰੀ ਹੈ, ਮੇਰੀ ਧਰਤੀ ਵਿੱਚ ਕੋਈ ਪੈਰ ਨਹੀਂ ਰੱਖ ਸਕਦਾ। ਮਹਾਰਾਜ ਜੀ ਨੇ ਬਾਣੀ 'ਚ ਉਦਾਹਰਣ ਦਿੱਤੀ ਹੈ, ਹਮਰੀ ਭੂਮ ਕੌਣ ਘਾਲੈ ਪੈਰ, ਮੇਰੀ ਜ਼ਮੀਨ ਵਿੱਚ ਦੀ ਨਹੀਂ ਲੰਘਣਾ। ਆਮ ਪਿੰਡਾਂ ਨਗਰਾਂ 'ਚ ਇਸ ਗੱਲ ਤੋਂ ਬਹੁਤ ਲੜਾਈਆਂ ਹੁੰਦੀਆਂ ਨੇ ਕਿ ਮੇਰੇ ਖੇਤ ਵਿੱਚ ਦੀ ਮੈਂ ਲੰਘਣ ਨਹੀਂ ਦੇਣਾ, ਬਸ ਇਹ ਮੇਰੀ ਹੈ। ਤੋ ਜਦੋਂ ਮਹਾਂਪੁਰਖਾਂ ਦੀ, ਸਤਿਗੁਰੂ ਸਾਹਿਬਾਂ ਦੀ ਪਵਿੱਤਰ ਬਾਣੀ ਨੂੰ ਆਪਾਂ ਸੁਣਦੇ ਹਾਂ ਤੇ ਫਿਰ ਬਾਬਾ ਫਰੀਦ ਸਾਹਿਬ ਇਸ ਹੰਕਾਰ ਨੂੰ ਚਕਨਾਚੂਰ ਕਰਦਿਆਂ ਹੋਇਆ ਫਰਮਾਉਂਦੇ ਨੇ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਭਾਈ ਕਿਉਂ ਮਾਣ ਕਰਦਾ ਹੈ? ਤੇਰੇ ਤੋਂ ਪਹਿਲਾਂ ਤੇਰੇ ਇਸ 4 ਸਿਆੜਾਂ ਦੇ ਪਤਾ ਨਹੀਂ ਕਿੰਨੇ ਕੁ ਮਾਲਕ ਬਣ ਗਏ, ਤੇਰੇ ਤੋਂ ਬਾਅਦ ਕਿੰਨੇ ਕੁ ਬਣਨੇ ਨੇ, ਕਿਉਂ ਐਵੇਂ ਦੁਖੀ ਹੁੰਦਾ ਹੈ, ਕਿਉਂ ਮੇਰੀ ਮੇਰੀ ਕਰਦਾ ਹੈ? ਸੋ ਇਸ ਕਰਕੇ ਕਹਿੰਦੇ ਇਹ ਦੁੱਖ ਇਹਨਾਂ ਦੇ ਅੰਦਰ ਹੈ। ਮਹਾਰਾਜ ਜੀ ਨੂੰ ਸਭ ਤੋਂ ਪਹਿਲਾਂ ਇਹਨਾਂ ਨੇ ਜ਼ੁਬਾਨ ਤੋਂ ਹੀ ਸ਼ਬਦ ਕਹੇ, ਕਹਿਣ ਲੱਗੇ ਗੁਰੂ ਜੀ ਇਹ ਜਿਹੜੀ ਧਰਤੀ ਹੈ ਨਾ, ਜ਼ਮੀਨ, ਇਹ ਥਾਂ ਜਿਹੜਾ ਹੈ ਇਹ ਸਾਡਾ ਹੈ। ਹਮਰੇ ਨਗਰ ਬਾਸ ਜੀ ਕੀਜੈ। ਹਾਲਾਂਕਿ ਮਹਾਰਾਜ ਜੀ ਨੇ ਮੁੱਲ ਖਰੀਦਿਆ ਹੋਇਆ ਥਾਂ ਹੈ। ਕਹਿਣ ਲੱਗੇ ਮਹਾਰਾਜ ਜੇ ਤੁਸੀਂ ਸਾਡੇ ਇਸ ਥਾਂ ਵਿੱਚ, ਸਾਡੇ ਇਸ ਪਿੰਡ ਵਿੱਚ ਰਹਿਣਾ ਚਾਹੁੰਦੇ ਹੋ, ਕੁਛ ਸਰਦਾਰੀ ਹਮਕੋ ਦੀਜੈ। ਤੇ ਫਿਰ ਸਾਡੀ ਜੋ ਇੱਥੇ ਸਰਦਾਰੀ ਹੈ, ਸਾਡੀ ਹਕੂਮਤ ਹੈ, ਅਸੀਂ ਇੱਥੋਂ ਦੇ ਸਰਦਾਰ ਹਾਂ, ਇਸ ਕਰਕੇ ਕੁਝ ਨਾ ਕੁਝ ਜਿਹੜਾ ਹਿੱਸਾ ਹੈ ਇਹ ਸਾਨੂੰ ਤੁਹਾਨੂੰ ਦੇਣਾ ਪਵੇਗਾ। ਅਪਰ ਸਰਬੇ ਮਨ ਹੈ ਆਨ। ਤੇ ਬਾਕੀ ਅਸੀਂ ਐਵੇਂ ਨਹੀਂ ਕਹਿ ਰਹੇ, ਜਿੱਥੋਂ ਮਰਜ਼ੀ ਪੁੱਛ ਕੇ ਦੇਖ ਲਓ, ਨੇੜੇ ਨੇੜੇ ਦੇ ਸਭ ਪਿੰਡਾਂ, ਸਾਰੇ ਇਲਾਕੇ 'ਚ ਅਸੀਂ ਇੱਥੋਂ ਦੇ ਚੌਧਰੀ ਹਾਂ, ਸਾਰੇ ਲੋਕ ਜਿਹੜੇ ਨੇ ਉਹ ਸਾਨੂੰ ਆਪਣੀ ਕਮਾਈ ਵਿੱਚੋਂ ਹਿੱਸਾ ਦਿੰਦੇ ਨੇ, ਅਸੀਂ ਚੌਧਰੀ ਹਾਂ ਨਾ। ਇਸ ਕਰਕੇ ਇਹ ਹੱਕ ਤੁਹਾਡਾ ਵੀ ਬਣਦਾ ਹੈ। ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤੇ ਤੁਹਾਨੂੰ ਇਹ ਸਾਨੂੰ ਹੱਕ ਦੇਣਾ ਪਏਗਾ, ਧਨ ਪਦਾਰਥ ਦੇਣਾ ਪਵੇਗਾ। ਜਥਾ ਜੋਗ ਦੇ ਮਹਿ ਘਰ ਆਨ। ਇਸ ਕਰਕੇ ਇਹ ਕਹਿੰਦੇ ਮਹਾਰਾਜ ਦੇਖੋ, 4 ਚਫੇਰੇ ਪਿੰਡਾਂ 'ਚ ਪੁੱਛ ਕੇ ਦੇਖ ਲਓ, ਜੋ ਅਸੀਂ ਉਹਨਾਂ ਕੋਲ ਲੈਣਾ ਹੁੰਦਾ ਹੈ ਉਹ ਬੜੇ ਸਤਿਕਾਰ ਨਾਲ ਸਾਡੇ ਘਰ ਹੀ ਫੜਾ ਕੇ ਜਾਂਦੇ ਨੇ, ਸਾਨੂੰ ਕਿਸੇ ਕੋਲ ਮੰਗਣ ਜਾਣ ਦੀ ਲੋੜ ਨਹੀਂ ਪੈਂਦੀ। ਪਰ ਫਿਰ ਵੀ ਅਸੀਂ ਤੁਹਾਡੇ ਕੋਲ ਇਹ ਗੱਲ ਕਹਿਣ ਵਾਸਤੇ ਆ ਗਏ ਹਾਂ, ਵਰਨਾ ਅਸੀਂ ਕਿਤੇ ਜਾਂਦੇ ਨਹੀਂ, ਅਸੀਂ ਚੌਧਰੀ ਜੋ ਹਾਂ। ਤੇ ਸਾਰੇ ਇਲਾਕੇ ਦੇ ਲੋਕ ਜਿਹੜੇ ਨੇ ਉਹ ਸਾਨੂੰ ਘਰ ਆ ਕੇ ਇਹ ਸਾਰੀ ਭੇਟਾ ਦੇ ਕੇ ਜਾਂਦੇ ਹਨ। ਬਹੁ ਸੰਮਤ ਬੀਤੇ ਤੁਮ ਰਹੋ। ਔਰ ਕਹਿਣ ਲੱਗੇ ਕਿ ਬੜੇ ਸੰਮਤ ਹੋ ਗਏ ਨੇ, ਬੜੇ ਸਾਲ ਹੋ ਗਏ ਨੇ, ਬੜਾ ਸਮਾਂ ਲੰਘ ਗਿਆ ਹੈ। ਅਨਕੋ ਪਾਇਨ ਜਗ ਤੇ ਲਹੋ। ਇੱਥੇ ਰਹਿੰਦਿਆਂ ਤੁਹਾਨੂੰ ਬੜੇ ਸਾਲ ਹੋ ਗਏ ਨੇ ਔਰ ਤੁਸੀਂ ਬਹੁਤ ਸਾਰੀਆਂ ਉਪਾਇਨ। ਭਾਈ ਸੰਤੋਖ ਸਿੰਘ ਸਾਹਿਬ ਜੀ ਦੀ ਵਿਦਵਤਾ ਹੈ। ਪਹਿਲਾਂ ਉਹਨਾਂ ਸ਼ਬਦ ਲਿਖਿਆ ਅਕੋਰ, ਉਸ ਤੋਂ ਪਹਿਲਾਂ ਲਿਖਿਆ ਭੇਟ, ਭੇਟ ਮੈਨਾ ਭੇਟਾ ਲੈ ਕੇ ਜਾਣੀ, ਅਕੋਰ ਮੈਨਾ ਭੇਟਾ ਲੈ ਕੇ ਜਾਣੀ, ਉਪਾਇਨ ਮੈਨਾ ਭੇਟਾ ਲੈ ਕੇ ਜਾਣੀ। ਦੇਖੋ ਇੱਕੋ ਸ਼ਬਦ ਦੇ ਕਿੰਨੇ ਅਰਥ ਨੇ ਔਰ ਕਿੰਨੇ ਅਰਥਾਂ ਲਈ ਇਹ ਕਿੰਨੇ ਸ਼ਬਦ ਨੇ। ਸੋ ਐਸੀ ਮਹਾਨ ਵਿਦਵਤਾ ਦਾ ਸੋਮਾ ਹੈ ਸ਼੍ਰੀ ਗੁਰੂ ਪ੍ਰਤਾਪ ਸੂਝ ਪ੍ਰਕਾਸ਼ ਗ੍ਰੰਥ। ਭਾਈ ਸੰਤੋਖ ਸਿੰਘ ਸਾਹਿਬ ਲਿਖਦੇ ਨੇ, ਇਹਨਾਂ ਨੇ ਕਿਹਾ ਕਿ ਮਹਾਰਾਜ ਤੁਸੀਂ ਬੜੇ ਲੰਬੇ ਸਮੇਂ ਤੋਂ ਇੱਥੇ ਰਹਿੰਦੇ ਹੋ ਤੇ ਬਹੁਤ ਸਾਰੀਆਂ ਸੰਗਤਾਂ ਹੁਣ ਇੱਥੇ ਆਉਣ ਲੱਗ ਪਈਆਂ ਨੇ, ਹੁਣ ਬਹੁਤ ਚੜਾਵਾ ਚੜ੍ਹਦਾ, ਬੜਾ ਧਨ ਆਉਂਦਾ, ਬੜੇ ਪਦਾਰਥ ਆਉਂਦੇ ਨੇ। ਇਸ ਕਰਕੇ ਹੁਣ ਤੁਹਾਨੂੰ ਸਾਡੇ ਵਾਸਤੇ ਕੁਝ ਨਾ ਕੁਝ ਜਿਹੜੀ ਕਾਰਪੇਟਾ ਜਾਂ ਕੋਈ ਨਾ ਕੋਈ ਧਨ ਹੈ ਉਹ ਕੱਢਣਾ ਪਵੇਗਾ। ਪੂਰਬ ਅਲਪ ਹੁਤੀ ਗੁਜਰਾਨ। ਔਰ ਪਹਿਲਾਂ ਸਾਨੂੰ ਪਤਾ ਹੈ, ਪੂਰਬ ਮਹੀਨਾ ਪਹਿਲਾਂ ਜਿਹੜਾ ਤੁਹਾਡਾ ਗੁਜ਼ਾਰਾ ਸੀ ਇਹ ਅਲਪ ਸੀ, ਬੜਾ ਥੋੜਾ ਸੀ, ਸੰਗਤ ਬਹੁਤ ਘੱਟ ਆਉਂਦੀ ਸੀ। ਅਬ ਮਨ ਹੈ ਬਹੁ ਆਨ ਜਹਾਨ। ਔਰ ਹੁਣ ਤਾਂ ਸਾਰਾ ਜਹਾਨ ਹੀ, ਫਾਰਸੀ ਦਾ ਲਫ਼ਜ਼ ਹੈ ਜਹਾਨ, ਸਾਰੀ ਦੁਨੀਆ ਹੀ ਹੁਣ ਤਾਂ ਤੁਹਾਨੂੰ ਮੰਨਦੀ ਹੈ। ਕਿੱਥੋਂ ਦੂਰੋਂ ਦੂਰੋਂ ਲੋਕ ਚੱਲ ਕੇ ਆਉਂਦੇ ਨੇ ਭੇਟਾਵਾਂ ਲੈ ਕਰਕੇ। ਮਤ ਮੰਦਨ ਤੇ ਸੁਣ ਗਤ ਦਾਨੀ। ਕਹਿੰਦੇ ਮਤ ਮੰਦਨ, ਮੰਦਨ ਮੈਂ ਨਾ ਮਾੜੀ ਭੈੜੀ, ਭੈੜੀ ਮਤ ਵਾਲਿਆਂ ਤੋਂ, ਮਲੀਨ ਬੁੱਧੀ ਵਾਲੇ ਐਸੇ
ਅਹੰਕਾਰੀ ਤੇ ਅਸ਼ਰਦਕਾਂ ਦੇ ਇਹ ਬੋਲ ਸੁਣ ਕੇ ਗਤ ਦਾਨੀ ਮੁਕਤੀ ਦਾਤਾ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਸ੍ਰੀ ਮੁਖ ਤੋਂ ਇਹ ਬਚਨ ਕਹੇ। ਸਹਿਜ ਸੁਭਾਇਕ ਬੋਲੇ ਬਾਣੀ। ਮਹਾਰਾਜ ਜੀ ਨੇ ਸੁਭਾਵਕ ਹੀ ਬਚਨ ਕਿਹਾ, ਕੋਈ ਵਾਦ ਘਾਟ ਵਾਲਾ ਜਾਂ ਕੋਈ ਨਾਰਾਜ਼ਗੀ ਵਾਲਾ ਜਾਂ ਕੋਈ ਹੋਰ ਡਰ ਭੈ ਵਾਲਾ ਕੋਈ ਬਚਨ ਨਹੀਂ। ਸੁਭਾਵਕ ਜਦੋਂ ਇਹਨਾਂ ਨੇ ਕਿਹਾ ਕਿ ਮਹਾਰਾਜ ਸਾਨੂੰ ਵੀ ਕੋਈ ਹਿੱਸਾ ਦਿਆ ਕਰੋ, ਕਿ ਸੱਚੇ ਪਾਤਸ਼ਾਹ ਜੀ ਨੇ ਸੁਭਾਵਕ ਹੀ ਇਹ ਬਚਨ ਕਹੇ। ਲੰਗਰ ਵਿਖੇ ਗਮਨ ਕਰ ਜਾਵੋ। ਮਹਾਰਾਜ ਕਹਿੰਦੇ ਠੀਕ ਹੈ ਭਾਈ, ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਗੁਰੂ ਨਾਨਕ ਸਾਹਿਬ ਜੀ ਦਾ ਲੰਗਰ ਚੱਲ ਰਿਹਾ ਹੈ ਤੇ ਤੁਸੀਂ ਹੁਣ ਲੰਗਰ ਦੇ ਵਿੱਚ ਚਲੇ ਜਾਓ। ਜੇ ਤੋ ਅੰਨ ਚਾਹੋ ਤਹ ਖਾਵੋ। ਮਹਾਰਾਜ ਕਹਿੰਦੇ ਜਿੰਨਾ ਅੰਨ ਚਾਹੁੰਦੇ ਹੋ, ਜਿੰਨੀ ਭੁੱਖ ਹੈ, ਜਿੰਨੀ ਲੋੜ ਹੈ, ਰੱਜ ਰੱਜ ਕੇ ਗੁਰੂ ਨਾਨਕ ਸਾਹਿਬ ਜੀ ਦੇ ਲੰਗਰ ਵਿੱਚੋਂ ਤੁਸੀਂ ਭੋਜਨ ਛਕ ਸਕਦੇ ਹੋ। ਦੇਸ਼ ਵਿਦੇਸ਼ੀ ਸੰਗਤ ਸਾਰੀ। ਮਹਾਰਾਜ ਕਹਿੰਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿੰਨੀ ਵੀ ਸੰਗਤ ਹੈ, ਚਲਹਿ ਦੇਗ ਤਹ ਅਚਹਿ ਆਹਾਰੀ। ਮਹਾਰਾਜ ਕਹਿੰਦੇ ਸਾਰਿਆਂ ਵਾਸਤੇ ਦੇਗ ਚੱਲਦੀ ਹੈ। ਫਾਰਸੀ ਦਾ ਲਫ਼ਜ਼ ਹੈ ਦੇਗ, ਦੋ ਅਰਥ ਨੇ ਇਹਦੇ। ਦੇਗ ਅਸਲ ਵਿੱਚ ਫਾਰਸੀ ਵਿੱਚ ਕਹਿੰਦੇ ਨੇ ਉਸ ਖੁੱਲੇ ਮੂੰਹ ਵਾਲੇ ਭਾਂਡੇ ਨੂੰ ਜਿਹਦੇ ਵਿੱਚ ਇੱਕੋ ਵਾਰੀ ਬਹੁਤ ਸਾਰੇ ਲੋਕਾਂ ਲਈ ਭੋਜਨ ਤਿਆਰ ਕੀਤਾ ਜਾਏ, ਉਹਨੂੰ ਦੇਗ ਕਹਿੰਦੇ ਨੇ। ਆਪਾਂ ਅੱਜ ਵੀ ਸ਼ਬਦ ਬੋਲਦੇ ਹਾਂ ਲੰਗਰ ਵਿੱਚ ਦੇਗਾ ਜਾਂ ਦੇਗ, ਫਾਰਸੀ ਦਾ ਲਫ਼ਜ਼ ਹੈ। ਸੋ ਇਸ ਕਰਕੇ ਉਸ ਖੁੱਲੇ ਮੂੰਹ ਵਾਲੇ ਭਾਂਡੇ 'ਚ ਉਸ ਦੇਗ ਦੇ ਵਿੱਚ ਖਾਣ ਵਾਲਾ ਪਦਾਰਥ ਤਿਆਰ ਕੀਤਾ ਜਾਂਦਾ ਹੈ। ਇਸ ਕਰਕੇ ਲੰਗਰ ਵਾਸਤੇ ਵੀ, ਭੋਜਨ ਵਾਸਤੇ ਵੀ ਫਿਰ ਦੇਗ ਸ਼ਬਦ ਜਿਹੜਾ ਹੈ ਉਹ ਪ੍ਰਚਲਿਤ ਹੋ ਗਿਆ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਭਾਈ ਗੁਰੂ ਕੇ ਲੰਗਰ ਵਿੱਚ ਇਹ ਦੇਗ ਜਿਹੜੀ ਚੱਲ ਰਹੀ ਹੈ, ਜਿੰਨੀ ਲੋੜ ਹੈ ਰੱਜ ਰੱਜ ਕੇ ਤੁਸੀਂ ਛਕ ਸਕਦੇ ਹੋ। ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ, ਤੁਹਾਡੇ ਛਕਣ ਨਾਲ ਕੀ ਘਾਟਾ ਪਏਗਾ। ਫਟਕਾਰ ਨਾ ਕਿਸ ਕੀ ਤਿਸ ਥਾਨ। ਮਹਾਰਾਜ ਕਹਿੰਦੇ ਕਿਸੇ ਦੇਸ਼ ਦਾ ਵਿਅਕਤੀ ਹੋਵੇ, ਕਿਸੇ ਧਰਮ ਨੂੰ ਮੰਨਣ ਵਾਲਾ ਹੋਵੇ, ਕਿਸੇ ਕੌਮ ਮਜ਼ਹਬ ਦਾ ਹੋਵੇ, ਕੋਈ ਭਾਸ਼ਾ ਬੋਲਦਾ ਹੋਵੇ, ਕੋਈ ਬੋਲੀ ਹੋਵੇ, ਕੋਈ ਵੀ ਹੋਵੇ, ਕਿਸੇ ਵਾਸਤੇ ਵੀ ਲੰਗਰ ਦੇ ਵਿੱਚੋਂ ਬੈਠ ਕੇ ਭੋਜਨ ਛਕਣ ਦੀ ਕਿਸੇ ਨੂੰ ਮਨਾਹੀ ਨਹੀਂ ਹੈ। ਸ਼ੁੱਧਤ ਕਰਤ ਸਭ ਭੋਜਨ ਖਾਨ। ਮਹਾਰਾਜ ਕਹਿੰਦੇ ਜਿੰਨੇ ਵੀ ਛੁੱਧਿਤ ਹੁੰਦੇ ਨੇ, ਸੰਸਕ੍ਰਿਤ ਵਿੱਚ ਕਹਿੰਦੇ ਨੇ ਕਸ਼ੁਦਾ, ਕਸ਼ੁਦਾ ਤੋਂ ਬ੍ਰਿਜ ਸ਼ਬਦ ਬਣਿਆ ਛੁੱਧਿਤ। ਛੁੱਧਿਤ ਮੈਨਾ ਭੁੱਖ। ਮਹਾਰਾਜ ਕਹਿੰਦੇ ਜਿੰਨੇ ਵੀ ਭੁੱਖੇ ਆਉਂਦੇ ਨੇ, ਛੁੱਧਿਤ ਕਰਤ ਸਭ ਭੋਜਨ ਖਾਨ, ਸਾਰੇ ਲੰਗਰ ਵਿੱਚ ਬੈਠ ਕੇ ਭੋਜਨ ਛਕਦੇ ਹਨ। ਸੋ ਜਾਨੁ ਸਰਬੰਸ ਹਮਾਰਾ। ਮਹਾਰਾਜ ਕਹਿੰਦੇ ਭਾਈ ਸਾਡਾ ਤਾਂ ਸਰਬੰਸ ਇਹੀ ਹੈ। ਸਰਬੰਸ ਨੂੰ ਸੰਧੀ ਵਿਛੇਦ ਕਰਾਂਗੇ, ਦੋ ਲਫ਼ਜ਼ਾਂ ਦੇ ਜੋੜ ਤੋਂ ਸ਼ਬਦ ਬਣਿਆ ਸਰਬੰਸ। ਸਰਬੰਸ ਦਾ ਮਤਲਬ ਹੁੰਦਾ ਸਰਬ ਅੰਸ਼, ਜੋ ਸਾਡੀ ਸਾਰੀ ਅੰਸ਼ ਤੱਕ ਹੈ, ਜੋ ਸਾਡਾ ਜ਼ਰਰਾ ਜ਼ਰਰਾ ਹੈ, ਜੋ ਵੀ ਸਾਡਾ ਹੈ, ਉਸ ਨੂੰ ਕਹਿੰਦੇ ਨੇ ਸਰਬੰਸ਼, ਆਪਣੀ ਅੰਸ਼। ਮਹਾਰਾਜ ਕਹਿੰਦੇ ਸਾਡਾ ਸਭ ਕੁਝ, ਅਬ ਹਮਰੇ ਸਤਿਗੁਰ ਹੈ ਸਭ ਕਿਛ, ਸਗਲ ਕੁਟੰਬ ਪਿਤਾ ਅਰਮਾਤ। ਇਹ ਬਚਨ ਮਹਾਰਾਜ ਜੀ ਨੇ ਉਸ ਵੇਲੇ ਕਹੇ ਸਨ ਜਦੋਂ ਸ਼੍ਰੀ ਅਮਰਦਾਸ ਮਹਾਰਾਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਹਜ਼ੂਰੀ ਵਿੱਚ ਖਡੂਰ ਸਾਹਿਬ ਪਹਿਲੀ ਵਾਰ ਆਏ ਤੇ ਨਾਲ ਦੇ ਪਰਿਵਾਰ ਵਾਲੇ ਨੇ ਕਿਹਾ ਕਿ ਹੁਣ ਆਪਾਂ ਦਰਸ਼ਨ ਕਰ ਲੈਣੇ, ਹੁਣ ਚੱਲੋ ਚੱਲੀਏ ਘਰ ਨੂੰ ਚੱਲੀਏ। ਤੇ ਸ਼੍ਰੀ ਅਮਰਦਾਸ ਜੀ ਕਹਿੰਦੇ ਘਰ ਕੀ ਹੈ? ਕਹਿੰਦੇ ਉੱਥੇ ਸਾਰੇ ਹੀ ਨੇ, ਸਾਰਾ ਪਰਿਵਾਰ ਹੈ। ਉਦੋਂ ਮਹਾਰਾਜ ਜੀ ਨੇ ਬਚਨ ਕਹੇ ਸਨ, ਅਬ ਮੇਰੇ ਸਤਿਗੁਰ ਹੈ ਸਭ ਕਿਛ, ਤੁਸੀਂ ਜਾਓ। ਹੁਣ ਗੁਰੂ ਅੰਗਦ ਸਾਹਿਬ ਵੀ ਮੇਰਾ ਸਭ ਕੁਝ ਹਨ। ਅਬ ਮੇਰੇ ਸਤਿਗੁਰ ਹੈ ਸਭ ਕਿਛ, ਸਗਲ ਕੁਟੰਬ ਪਿਤਾ ਅਰਮਾਤ। ਮੇਰੇ ਪਿਤਾ, ਮੇਰੀ ਮਾਤਾ, ਮੇਰਾ ਪਰਿਵਾਰ, ਮੇਰੇ ਭੈਣ ਭਰਾ, ਸਕੇ ਸੰਬੰਧੀ, ਰਿਸ਼ਤੇਦਾਰ, ਸੱਜਣ ਮਿੱਤਰ ਗੁਰੂ ਅੰਗਦ ਸਾਹਿਬ ਹੀ ਹਨ। ਤੁਸੀਂ ਜਾਓ, ਮੈਂ ਨਹੀਂ ਜਾਣਾ। ਸੋ ਐਸੀ ਭਾਵਨਾ ਉਸ ਵੇਲੇ ਦੀ ਬਣੀ ਹੋਈ ਹੈ। ਇਹਨਾਂ ਨੂੰ ਮਹਾਰਾਜ ਕਹਿੰਦੇ ਭਾਈ ਸਾਡਾ ਤਾਂ ਸਰਬੰਸ ਇਹੀ ਹੈ, ਸਾਡਾ ਇਹੀ ਪਰਿਵਾਰ ਹੈ, ਇਹੀ ਘਰ ਹੈ, ਸਭ ਕੁਝ ਇੱਥੇ ਹੀ ਹੈ। ਜਿੰਨਾ ਚਾਹੋ ਤੁਸੀਂ ਇੱਥੋਂ ਛਕ ਸਕਦੇ ਹੋ। ਆਹੇ ਗਰੀਬਨ ਕੇਰ ਗੁਜ਼ਾਰਾ। ਔਰ ਇਹ ਗਰੀਬਾਂ ਦਾ, ਨਿਮਾਣਿਆਂ ਦਾ ਗੁਜ਼ਾਰਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਜੋ ਘਰ ਹੈ ਨਾ, ਕਹਿੰਦੇ ਇਹ ਨਿਮਾਣਿਆਂ ਦਾ ਮਾਣ ਹੈ, ਗਰੀਬਾਂ ਦਾ, ਭੁੱਖਿਆਂ ਦਾ, ਅਨਾਥਾਂ ਦਾ ਆਸਰਾ ਹੈ। ਜਦੋਂ ਕਿਤੇ ਪਾਸਿਓਂ ਵੀ ਕੋਈ ਆਸ ਨਾ ਹੋਵੇ, ਕਹਿੰਦੇ ਉਦੋਂ ਇੱਥੇ ਆ ਜਾਏ ਨਾ, ਫਿਰ ਉਹ ਨਿਰਾਸ਼ਾ ਨਹੀਂ ਮੁੜਦਾ ਹੈ। ਚਾਹੇ ਉਸ ਨੂੰ ਕੱਪੜੇ ਦੀ ਲੋੜ ਹੈ, ਉਸ ਨੂੰ ਭੋਜਨ ਦੀ ਲੋੜ ਹੈ, ਉਸ ਨੂੰ ਬਿਸਤਰੇ ਦੀ ਲੋੜ ਹੈ, ਉਸ ਨੂੰ ਮਾਇਆ ਦੀ ਲੋੜ ਹੈ, ਕੋਈ ਵੀ ਲੋੜ ਹੈ। ਇਸ ਕਰਕੇ ਸਾਧ ਸੰਗਤ ਜੀ
ਬਜ਼ੁਰਗਾਂ ਨੇ ਔਰ ਸਤਿਗੁਰੂ ਸਾਹਿਬਾਂ ਨੇ ਇਹ ਬਖਸ਼ਿਸ਼ ਕੀਤੀ ਹੈ। ਜੋ ਗੁਰੂ ਘਰਾਂ ਦੇ ਵਿੱਚ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਨਾ, ਇਹਦਾ ਇੱਕ ਭਾਵ ਇਹ ਵੀ ਹੈ ਕਿ ਨਿਸ਼ਾਨ ਸਾਹਿਬ ਉੱਚਾ ਲਾਇਆ ਜਾਂਦਾ ਹੈ। ਕਹਿੰਦੇ ਇਸ ਵਾਸਤੇ ਲਾਇਆ ਜਾਂਦਾ ਹੈ ਕਿ ਜਿਹੜਾ ਕੋਈ ਰਾਹੀ ਮੁਸਾਫਰ ਹੈ, ਕੋਈ ਭੁੱਲਾ ਭਟਕਿਆ ਹੈ, ਜਿਹਦੇ ਮਨ ਵਿੱਚ ਚਿੰਤਾ ਬਣ ਗਈ ਕਿ ਮੈਂ ਤਾਂ ਰਾਹ ਭੁੱਲ ਗਿਆ, ਮੈਂ ਤਾਂ ਭਟਕ ਗਿਆ ਹਾਂ, ਅੱਜ ਰਾਤ ਮੈਂ ਕਿੱਥੇ ਰਹਾਂਗਾ, ਮੈਂ ਕਿੱਥੋਂ ਰੋਟੀ ਖਾਵਾਂਗਾ, ਮੈਨੂੰ ਕੌਣ ਸਹਾਰਾ ਦੇਗਾ, ਇੱਥੇ ਤਾਂ ਮੈਨੂੰ ਕੋਈ ਜਾਣਦਾ ਹੀ ਨਹੀਂ ਹੈ। ਕਹਿੰਦੇ ਐਸਾ ਵਿਅਕਤੀ ਜਦੋਂ ਦੂਰੋਂ ਗੁਰੂ ਦਾ ਨਿਸ਼ਾਨ ਦੇਖ ਲੈਂਦਾ ਨਾ, ਉਹਨੂੰ ਧੀਰਜ ਆ ਜਾਂਦਾ ਹੈ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਉੱਥੇ ਮੈਨੂੰ ਆਸਰਾ ਮਿਲੇਗਾ, ਉੱਥੇ ਮੈਂ ਰਾਤ ਕੱਟ ਸਕਦਾ, ਉੱਥੇ ਮੈਨੂੰ ਭੋਜਨ ਵੀ ਮਿਲੇਗਾ, ਸੌਣ ਵਾਸਤੇ ਬਿਸਤਰ ਵੀ ਮਿਲੇਗਾ। ਸੋ ਇਸ ਤਰ੍ਹਾਂ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਇਹ ਨਿਮਾਣਿਆਂ ਨੂੰ, ਨਿਆਸਰਿਆਂ ਨੂੰ, ਭੁੱਲਿਆਂ ਭਟਕਿਆਂ ਨੂੰ ਇਹ ਗੁਰੂ ਦਾ ਨਿਸ਼ਾਨ ਦੂਰੋਂ ਆਵਾਜ਼ ਦੇ ਦਿੰਦਾ ਹੈ ਕਿ ਭਾਈ ਇੱਧਰ ਆ ਜਾ, ਇੱਥੇ ਸਭ ਕੁਝ ਮਿਲੇਗਾ। ਇਸੇ ਵਾਸਤੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ। ਸੋ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਇਹ ਗਰੀਬਾਂ ਦਾ, ਇਹ ਨਿਥਾਵਿਆਂ ਦਾ ਥਾਨ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ। ਪਿਤਾ ਤਿਹਾਰੇ ਕਛੂ ਨਾ ਚਾਹ। ਮਹਾਰਾਜ ਕਹਿੰਦੇ ਤੁਹਾਡੇ ਜੋ ਬਜ਼ੁਰਗ ਸਨ ਨਾ, ਉਹ ਤਾਂ ਇਸ ਤਰ੍ਹਾਂ ਦੀ ਕੋਈ ਚਾਹਨਾ ਨਹੀਂ ਰੱਖਦੇ ਸਨ, ਉਹਨਾਂ ਦਾ ਤਾਂ ਇਸ ਤਰ੍ਹਾਂ ਦਾ ਕੋਈ ਖਿਆਲ ਨਹੀਂ ਸੀ। ਘਰੇ ਲੋਭ ਆਏ ਹਮ ਪਾਹ। ਮਹਾਰਾਜ ਕਹਿੰਦੇ ਤੁਸੀਂ ਹੁਣ ਲੋਭ ਧਾਰ ਕੇ ਸਾਡੇ ਕੋਲ ਆਏ ਹੋ। ਧਨ ਕੋ ਸੰਚਨ ਹਮਰੇ ਨਾਹਿਨ। ਮਹਾਰਾਜ ਕਹਿੰਦੇ ਭਾਈ ਧਨ ਨੂੰ ਸੰਚਣਾ, ਇਕੱਠਾ ਕਰਨਾ, ਇਹ ਸਾਡੇ ਪਾਸ ਨਹੀਂ ਹੈ। ਇਸ ਤਰ੍ਹਾਂ ਦਾ ਸੁਭਾਅ ਸਾਡਾ ਨਹੀਂ ਹੈ, ਇਸ ਤਰ੍ਹਾਂ ਦੀ ਬਿਰਤੀ ਸਾਡੀ ਨਹੀਂ ਹੈ। ਸਾਧ ਸੰਗਤ ਜੀ ਇਹਦੇ ਵਿੱਚੋਂ ਦੋ ਤਰ੍ਹਾਂ ਦਾ ਉਪਦੇਸ਼ ਮਹਾਰਾਜ ਦੇ ਰਹੇ ਨੇ। ਇੱਕ ਤਾਂ ਸਤਿਗੁਰੂ ਜੀ ਇਹ ਦਰਸਾ ਰਹੇ ਨੇ ਭਾਈ ਕਿਸੇ ਪਦਾਰਥ ਦੀ ਪਕੜ ਨਹੀਂ ਰੱਖਣੀ, ਜੇ ਪਕੜ ਰੱਖਾਂਗੇ ਮਨ ਦੁਖੀ ਹੋਵੇਗਾ, ਸਫਲਤਾ ਨਹੀਂ ਮਿਲੇਗੀ। ਦੂਸਰਾ ਮਹਾਰਾਜ ਕਹਿੰਦੇ ਭਾਈ ਪਦਾਰਥ ਤੇ ਨਿਸ਼ਚਾ ਨਹੀਂ ਰੱਖਣਾ, ਉਸ ਵਾਹਿਗੁਰੂ ਤੇ ਨਿਸ਼ਚਾ ਰੱਖਣਾ ਹੈ। ਇਸ ਕਰਕੇ ਪਿਛਲੇ ਅਧਿਆਇਆਂ ਵਿੱਚ ਆਪਾਂ ਸਰਵਣ ਕਰ ਚੁੱਕੇ ਹਾਂ ਕਿ ਰਾਤ ਦੇ ਸਮੇਂ ਮਹਾਰਾਜ ਸਾਰੇ ਬਰਤਨ ਜਿਹੜੇ ਖਾਲੀ ਕਰਵਾ ਦਿੰਦੇ ਨੇ, ਜਲ ਤੱਕ ਵੀ ਨਹੀਂ ਰੱਖਦੇ, ਸਾਰੇ ਦੇਗੇ ਮੂਧੇ ਮਰਾ ਦਿੰਦੇ ਨੇ। ਤੇ ਕਈਆਂ ਦੇ ਮਨ 'ਚ ਖਿਆਲ ਵੀ ਆਉਂਦਾ ਮਹਾਰਾਜ ਸੰਗਤ ਬਹੁਤ ਆਈ ਹੋਈ ਹੈ, ਸਵੇਰੇ ਰਸਤ ਕਿੱਥੋਂ ਆਏਗੀ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਘਰ ਹੈ, ਤੇ ਕਦੇ ਵੀ ਐਸਾ ਨਹੀਂ ਹੋਇਆ ਕਿ ਸੰਗਤ ਨੂੰ ਪ੍ਰਸ਼ਾਦਾ ਨਾ ਮਿਲਿਆ ਹੋਵੇ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨਿਸ਼ਚਾ ਰੱਖਣਾ ਉਸ ਰੱਬ ਤੇ ਪਦਾਰਥਾਂ ਤੇ ਨਹੀਂ। ਦੂਸਰਾ ਕਿ ਪਕੜ ਨਹੀਂ ਰੱਖਣੀ ਹੈ, ਤਿਆਗ ਕਰਨਾ ਹੈ, ਤਿਆਗ ਵਾਲੀ ਬਿਰਤੀ ਰੱਖਣੀ ਹੈ। ਤੇ ਤੀਸਰਾ ਮਹਾਰਾਜ ਕਹਿੰਦੇ ਜਿੰਨੀ ਗੁਰੂ ਘਰਾਂ 'ਚ ਮਾਇਆ ਦੀ ਪਕੜ ਰੱਖਾਂਗੇ ਉਨੀ ਲੜਾਈਆਂ ਝਗੜੇ ਹੋਣਗੇ। ਜਿੱਥੇ ਜ਼ਿਆਦਾ ਆਮਦਨ ਹੈ ਉਨੀ ਜ਼ਿਆਦਾ ਲੜਾਈ ਹੈ, ਜਿੱਥੇ ਗੁਜ਼ਾਰਾ ਚੱਲਦਾ ਹੈ ਉੱਥੇ ਕੋਈ ਲੜਾਈ ਨਹੀਂ ਹੈ। ਇਹ ਮਹਾਰਾਜ ਜੀ ਨੇ ਪਹਿਲਾਂ ਹੀ ਬਖਸ਼ਿਸ਼ਾਂ ਕੀਤੀਆਂ ਹੋਈਆਂ ਨੇ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਧਨ ਕੋ ਸੰਚਨ ਹਮਰੇ ਨਾਹਿਨ, ਸਾਡੇ ਜੀਵਨ ਵਿੱਚ, ਸਾਡੇ ਸੁਭਾਅ ਵਿੱਚ ਧਨ ਨੂੰ ਜੋੜਨਾ ਇਹ ਨਹੀਂ ਹੈ। ਅਨ ਆਦ ਵਸਤੂ ਘਰ ਮਾਹਿਨ। ਮਹਾਰਾਜ ਕਹਿੰਦੇ ਜਿੰਨੇ ਵੀ ਅਨ ਆਦਿਕ ਵਸਤੂਆਂ ਨੇ, ਪਦਾਰਥ ਨੇ, ਇਹਨਾਂ ਦੇ ਢੇਰ ਅਸੀਂ ਨਹੀਂ ਲਾ ਕੇ ਰੱਖੇ ਹੋਏ। ਜੋ ਤੁਮ ਕੋ ਹਮ ਦੇਹ ਨਿਕਾਸ। ਜਿਹੜੇ ਅਸੀਂ ਤੁਹਾਨੂੰ ਇੱਥੋਂ ਕੱਢ ਕੇ ਦੇ ਦਈਏ, ਇਹੋ ਜਿਹੇ ਅਸੀਂ ਕੋਈ ਭੰਡਾਰੇ ਜਮਾ ਨਹੀਂ ਰੱਖੇ। ਸੋ ਨਹਿ ਰੱਖ ਹੈ ਕਛੂ ਆਵਾਸ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਕੋਈ ਵੀ ਪਦਾਰਥ, ਜਿੰਨੀ ਅੱਜ ਦੇਗ ਵਰਤਣੀ ਹੈ, ਜਿੰਨਾ ਅੱਜ ਲੰਗਰ ਵਰਤਣਾ ਹੈ, ਮਹਾਰਾਜ ਕਹਿੰਦੇ ਉਨੀ ਰਸਦ ਅਸੀਂ ਪ੍ਰਵਾਨ ਕਰਦੇ ਹਾਂ। ਜਿਹੜਾ ਕੱਲ ਨੂੰ ਵਰਤਣਾ ਹੈ ਨਾ, ਉਹਦੀਆਂ ਅਸੀਂ ਸੁੱਕੀਆਂ ਰਸਦਾਂ ਵੀ ਇੱਥੇ ਨਹੀਂ ਰੱਖਦੇ, ਜਾ ਕੇ ਦੇਖ ਲਓ। ਉਹੀ ਮਿਲੇਗਾ ਜਿੰਨਾ ਛਕਣਾ ਹੈ, ਓਨਾ ਹੀ ਤਿਆਰ ਹੋਵੇਗਾ। ਬਾਕੀ ਕੱਲ ਦੀ ਰਸਦ ਕੱਲ ਨੂੰ ਹੀ ਆਏਗੀ, ਅਸੀਂ ਇੱਥੇ ਅੰਦਰ ਵੜਨ ਹੀ ਨਹੀਂ ਦਿੰਦੇ। ਸੋ ਇਸ ਤਰ੍ਹਾਂ ਦਾ ਮਹਾਰਾਜ ਜੀ ਨੇ ਉੱਥੇ ਨਿਯਮ ਬਣਾਇਆ ਹੋਇਆ ਹੈ, ਇਸ ਤਰ੍ਹਾਂ ਦੀ ਮਰਿਆਦਾ ਮਹਾਰਾਜ ਜੀ ਨੇ ਉੱਥੇ ਬਣਾਈ ਹੋਈ ਹੈ। ਇਹ ਬਚਨ ਮਹਾਰਾਜ ਜੀ ਇਹਨਾਂ ਨੂੰ ਦੱਸ ਰਹੇ ਹਨ। ਸੁਣ ਗੋਂਦੇ ਸੁਤ ਬਾਕ ਬਖਾਨਿਓ। ਇਸ ਤਰ੍ਹਾਂ ਮਹਾਰਾਜ ਜੀ ਦੇ ਬਚਨ ਸੁਣ ਕੇ ਗੋਂਦੇ ਦਾ ਪੁੱਤਰ ਕਹਿਣ ਲੱਗਾ, ਹਮ ਤੋ ਲੈਨ ਦਰਬ ਕੋ ਠਾਨਿਓ। ਕਹਿਣ ਲੱਗਾ ਗੁਰੂ ਜੀ ਅਸੀਂ ਤਾਂ ਦਰਬ ਲੈਣ ਵਾਸਤੇ, ਧਨ ਲੈਣ ਵਾਸਤੇ ਠਾਨੀ ਹੋਈ ਆ। ਅਸੀਂ ਤਾਂ ਇਹੀ ਵਿਚਾਰ ਬਣਾ ਕੇ ਆਏ ਹਾਂ, ਅਸੀਂ ਤਾਂ ਇਹੀ ਸੋਚ ਕੇ ਆਏ ਹਾਂ ਕਿ ਹੋਰ ਕੋਈ ਰਸਤ ਲੈਣੀ ਹੋਈ ਨਹੀਂ ਹੈ, ਅਸੀਂ ਸਿਰਫ ਧਨ ਹੀ ਲੈਣਾ ਹੈ, ਇਹੀ ਸੋਚ ਕੇ ਆਏ ਹਾਂ। ਅਪਰ ਵਸਤੂ ਹਮ ਲੇਤ ਨ ਕੋਈ। ਹੋਰ ਕੋਈ ਅਸੀਂ ਵਸਤੂ ਚਾਹੁੰਦੇ ਵੀ ਨਹੀਂ ਹਾਂ। ਧਨ ਦੀ ਜੈ ਕਰ ਧਾਰੈ ਸੋਈ। ਇਸ ਕਰਕੇ ਸਾਨੂੰ ਧਨ ਦੇ ਦਿਓ, ਕਰ ਧਾਰੇ ਕਰ ਮੈਨ ਹੱਥ, ਆਪਣੇ ਹੱਥਾਂ 'ਚ ਅਸੀਂ ਧਨ ਹੀ ਲਵਾਂਗੇ, ਪੈਸੇ ਹੀ ਲੈ ਕੇ ਜਾਵਾਂਗੇ। ਸਦਨ ਆਪਣੇ ਅਚੇ ਆਹਾਰ। ਔਰ ਆਪਣੇ ਘਰ ਵਿੱਚ ਜਾ ਕੇ ਅਸੀਂ ਭੋਜਨ ਛਕ ਲਵਾਂਗੇ। ਅੰਨ ਖਰੀਦ ਹੈ ਮੋਲ ਬਾਜ਼ਾਰ। ਜਿਹੜਾ ਤੁਸੀਂ ਅੰਨ ਕਹਿੰਦੇ ਹੋ, ਰਸਤਾ ਬਸਤਾ,
ਉਹ ਅਸੀਂ ਬਾਜ਼ਾਰ ਵਿੱਚੋਂ ਖਰੀਦ ਲਵਾਂਗੇ। ਜਿਹੜਾ ਤੁਸੀਂ ਕਹਿੰਦੇ ਲੰਗਰ ਵਿੱਚ ਜਾ ਕੇ ਭੋਜਨ ਛਕ ਲਓ, ਉਹ ਅਸੀਂ ਆਪਣੇ ਘਰ ਛਕ ਲਵਾਂਗੇ। ਸਾਨੂੰ ਤਾਂ ਧਨ ਚਾਹੀਦਾ, ਪੈਸਾ, ਉਹ ਦੇ ਦਿਓ, ਅਸੀਂ ਲੈ ਕੇ ਵਾਪਸ ਚਲੇ ਜਾਈਏ। ਤੁਮਰੇ ਨਿਕਟ ਕਮੀ ਨਹਿ ਕੋ। ਕਹਿਣ ਲੱਗੇ ਗੁਰੂ ਜੀ ਤੁਹਾਡੇ ਕੋਲ ਤਾਂ ਕੋਈ ਕਮੀ ਨਹੀਂ ਹੈ, ਸਾਨੂੰ ਸਭ ਪਤਾ ਹੈ। ਕਿੰਨੀਆਂ ਸੰਗਤਾਂ ਆਉਂਦੀਆਂ ਨੇ, ਕਿੰਨੀਆਂ ਭੇਟਾਵਾਂ ਚੜ੍ਹਦੀਆਂ ਨੇ, ਕਿੰਨੇ ਪਦਾਰਥ ਇੱਥੇ ਚੜ੍ਹਦੇ ਹਨ। ਸੰਗਤ ਰਹੇ ਭੀੜ ਕਰ ਸੋ। ਔਰ ਬਹੁਤ ਸਾਰੀ ਸੰਗਤ ਦੀ ਇੱਥੇ ਭੀੜ ਹੀ ਲੱਗੀ ਰਹਿੰਦੀ ਹੈ। ਨਿਤ ਪ੍ਰਤਿਆਨ ਹੈ ਦਰਬ ਉਦਾਰ। ਔਰ ਇਸ ਕਰਕੇ ਨਿਤ ਪ੍ਰਤੀ ਆਨੇ ਆਉਂਦਾ ਹੈ। ਦਰਬ ਉਦਾਰਾ, ਉਦਾਰ ਮੈਨਾ ਬਹੁਤ ਜ਼ਿਆਦਾ, ਦਰਬ ਮੈਨਾ ਧਨ। ਕਹਿੰਦੇ ਬਹੁਤ ਜ਼ਿਆਦਾ ਧਨ ਆਉਂਦਾ ਹੈ, ਸਾਨੂੰ ਇਸ ਗੱਲ ਦਾ ਪਤਾ ਹੈ। ਦੂਰ ਦੂਰ ਕੇ ਨਰ ਬਹੁ ਬਾਰ। ਕਿਉਂਕਿ ਦੂਰਾਂ ਦੁਰੇਡਿਆਂ ਤੋਂ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਮੱਥੇ ਟੇਕਣ ਵਾਸਤੇ, ਚੜਾਵੇ ਚੜਾਉਣ ਵਾਸਤੇ, ਤੁਹਾਡੀ ਪੂਜਾ ਅਰਚਨਾ ਵਾਸਤੇ ਆਉਂਦੇ ਨੇ। ਸਾਨੂੰ ਪਤਾ ਹੈ, ਅਸੀਂ ਰੋਜ਼ ਇੱਥੇ ਦੇਖਦੇ ਹਾਂ ਕਿੰਨੀ ਭੀੜ ਲੱਗੀ ਰਹਿੰਦੀ ਹੈ। ਇਸ ਕਰਕੇ ਸਾਨੂੰ ਪਤਾ ਹੈ ਤੁਹਾਡੇ ਪਾਸ ਬਹੁਤ ਧਨ ਹੈ ਤੇ ਅਸੀਂ ਧਨ ਲੈਣ ਵਾਸਤੇ ਹੀ ਆਏ ਹਾਂ। ਸ਼ਰਧਾ ਤਰਹਿ ਨਵਾਮ ਹੈ ਸੀਸ। ਬਹੁਤ ਸਾਰੇ ਲੋਕ ਇੰਨੀ ਸ਼ਰਧਾ ਰੱਖਦੇ ਨੇ, ਤੁਹਾਨੂੰ ਮੱਥੇ ਟੇਕਦੇ ਨੇ, ਨਮਸਕਾਰਾਂ ਕਰਦੇ ਹਨ। ਕੇਤਕ ਆਵਤ ਨਿਕਟ ਮਹੀਸ਼। ਔਰ ਸਾਨੂੰ ਇੱਥੋਂ ਤੱਕ ਪਤਾ ਹੈ ਕਿ ਆਮ ਲੋਕ ਤਾਂ ਆਉਂਦੇ ਹੀ ਨੇ, ਔਰ ਵੱਡੇ ਵੱਡੇ ਵਪਾਰੀ ਲੋਕ ਵੀ ਆਉਂਦੇ ਨੇ, ਵੱਡੇ ਵੱਡੇ ਧਨਾੜ ਲੋਕ ਆਉਂਦੇ ਨੇ। ਸਾਨੂੰ ਇੱਥੋਂ ਤੱਕ ਪਤਾ ਹੈ ਕਿ ਆਵੈ ਨਿਕਟ ਮਹੀਸ਼। ਦੋ ਸ਼ਬਦ ਨੇ, ਮਹੀ ਤੇ ਈਸ਼, ਦੋਹਾਂ ਨੂੰ ਜੋੜ ਕੇ ਇੱਕ ਸ਼ਬਦ ਬਣਿਆ ਮਹੀਸ਼। ਜਦੋਂ ਇਸ ਨੂੰ ਆਪਾਂ ਸਮਝਣਾ ਹੋਵੇਗਾ ਤੇ ਸੰਧੀ ਵਿਛੇਦ ਕਰਾਂਗੇ। ਇਸ ਸ਼ਬਦ ਦੇ ਦੋ ਹਿੱਸੇ ਹੋਣਗੇ, ਮਹੀ ਤੇ ਈਸ਼। ਮਹੀ ਮੈਨਾ ਹੁੰਦਾ ਸਾਧ ਸੰਗਤ ਜੀ ਧਰਤੀ, ਮਹਿ ਮੈਨਾ ਵੀ ਧਰਤੀ, ਮਹੀ ਵੀ ਕਹਿੰਦੇ ਨੇ। ਤੋ ਮਹੀ ਈਸ਼, ਈਸ਼ ਮੈਨਾ ਸ਼ਕਤੀ, ਈਸ਼ ਮੈਨਾ ਮਾਲਕ, ਈਸ਼ਤਾ ਦਾ ਧਾਰਨ ਕਰਨ ਵਾਲਾ, ਉਹਨੂੰ ਕਹਿੰਦੇ ਮਹੀਸ਼। ਸੋ ਕਹਿੰਦੇ ਜੋ ਸਾਰੀ ਧਰਤੀ ਦਾ ਮਾਲਕ ਹੈ, ਮਹੀ ਮੈਨਾ ਧਰਤੀ, ਈਸ਼ ਮੈਨਾ ਮਾਲਕ। ਜੋ ਸਾਰੀ ਧਰਤੀ ਦਾ ਮਾਲਕ ਹੋਵੇ ਉਹਨੂੰ ਕਹਿੰਦੇ ਮਹੀਸ਼। ਇਸ ਕਰਕੇ ਮਹੀਸ਼ ਦਾ ਇੱਕ ਅਰਥ ਬਣਿਆ ਰਾਜਾ। ਇਹ ਕਹਿੰਦੇ ਕਿ ਵੱਡੇ ਵੱਡੇ ਰਾਜੇ, ਵੱਡੇ ਵੱਡੇ ਬਾਦਸ਼ਾਹ ਲੋਕ, ਅਕਬਰ ਵਰਗੇ ਵੀ ਇੱਥੇ ਆਉਣਾ ਲੋਚਦੇ ਨੇ, ਇੱਥੇ ਆਉਂਦੇ ਨੇ। ਇਸ ਕਰਕੇ ਜਿੱਥੇ ਏਡੇ ਵੱਡੇ ਵੱਡੇ ਬਾਦਸ਼ਾਹ ਲੋਕ ਮੱਥੇ ਟੇਕਦੇ ਨੇ ਤੇ ਉਹ ਕੋਈ ਛੋਟੀਆਂ ਮੋਟੀਆਂ ਭੇਟਾਵਾਂ ਥੋੜੀ ਚੜਾਉਂਦੇ ਨੇ, ਉਹ ਕਿੰਨੇ ਚੜਾਵੇ ਚੜਾਉਂਦੇ ਨੇ। ਇਸ ਕਰਕੇ ਸਾਨੂੰ ਪਤਾ ਹੈ ਤੁਹਾਡੇ ਪਾਸ ਬੜਾ ਧਨ ਹੈ। ਆਏ ਉਪਾਇਨ ਅਨੰਗ ਪ੍ਰਕਾਰ। ਬਹੁਤ ਤਰ੍ਹਾਂ ਦੀਆਂ ਉਪਾਇਨ ਭੇਟਾਵਾਂ ਉਹ ਅਰਪਣ ਕਰਦੇ ਹਨ। ਤਿਨ ਮਹਤੇ ਦੇਹੋ ਹੱਕ ਹਮਾਰਾ। ਇਸ ਕਰਕੇ ਤੁਸੀਂ ਉਹਨਾਂ ਭੇਟਾਵਾਂ ਵਿੱਚੋਂ ਸਾਡਾ ਹੱਕ ਸਾਨੂੰ ਦੇ ਦੇਵੋ। ਸੁਣ ਸ੍ਰੀ ਅਮਰਦਾਸ ਕਹਿਓ ਤਿਨ ਫੇਰ। ਸ਼੍ਰੋਮਣੀ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਇੱਕ ਵਾਰ ਫਿਰ ਤਰਸ ਖਾ ਕੇ ਉਹਨਾਂ ਤੇ ਤਰਸ ਕਰ ਲਿਆ। ਸੱਚੇ ਪਾਤਸ਼ਾਹ ਜੀ ਨੇ ਫਿਰ ਕੁਝ ਕਿਹਾ ਨਹੀਂ, ਇੱਕ ਵਾਰੀ ਫਿਰ ਬੜੇ ਪਿਆਰ ਨਾਲ ਮਹਾਰਾਜ ਜੀ ਸਮਝਾਉਣ ਲੱਗੇ ਹਨ। ਧਨ ਕੋ ਲੋਭ ਕਰਤ ਹੋ ਢੇਰ। ਮਹਾਰਾਜ ਕਹਿੰਦੇ ਭਾਈ ਧਨ ਦਾ ਤੁਸੀਂ ਬਹੁਤ ਢੇਰ, ਮੈਂ ਨਾ ਬਹੁਤ ਜ਼ਿਆਦਾ ਤੁਸੀਂ ਲੋਭ ਕਰ ਰਹੇ ਹੋ। ਇਹ ਜਿਹੜੀ ਭੇਟਾ ਆਉਂਦੀ ਹੈ ਇਹ ਸੰਗਤ ਦੀ ਭੇਟਾ ਹੈ, ਇਹਦੇ ਵਿੱਚ ਸਾਡਾ ਆਪਣਾ ਕੋਈ ਨਹੀਂ ਹੈ। ਜੇ ਕੁਝ ਆਪਣਾ ਹੋਵੇ, ਮੇਰਾ ਹੋਵੇ, ਮੈਂ ਤੁਹਾਨੂੰ ਦੇ ਦੇਵਾਂ। ਇਹ ਸੰਗਤ ਦੀ ਭੇਟਾ ਹੈ ਤੇ ਸਾਰੀ ਸੰਗਤ ਵਿੱਚ ਹੀ ਵਰਤਾ ਰਹੇ ਹਾਂ। ਅਸੀਂ ਆਪਣੇ ਕੋਲ ਕੁਝ ਵੀ ਜੋੜ ਕੇ ਨਹੀਂ ਰੱਖਦੇ। ਜਿੰਨੀ ਭੇਟਾ ਆਉਂਦੀ ਹੈ ਸ਼ਾਮ ਤੱਕ ਅਸੀਂ ਸਾਰੀ ਜਿਹੜੀ ਹੈ ਉਹ ਸੰਗਤ ਦੇ ਲੇਖੇ ਲੋੜਵੰਦਾਂ ਨੂੰ ਦੇ ਦਿੰਦੇ ਹਾਂ, ਲੇਖੇ ਲਾ ਦਿੰਦੇ ਹਾਂ। ਤੁਸੀਂ ਇੰਨਾ ਲੋਭ ਨਾ ਕਰੋ, ਲਾਲਚ ਨਾ ਕਰੋ। ਗੁਰ ਕੇ ਸਦਨ ਮਿਲੇਗੀ ਦੇਗ। ਮਹਾਰਾਜ ਕਹਿੰਦੇ ਭਾਈ ਤੁਸੀਂ ਜ਼ਿੱਦ ਨਾ ਕਰੋ। ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ, ਇਸ ਘਰ ਦੇ ਵਿੱਚ ਤੁਹਾਨੂੰ ਦੇਗ ਮਿਲੇਗੀ, ਛਕਣ ਵਾਸਤੇ ਭੋਜਨ ਪ੍ਰਸ਼ਾਦ ਮਿਲੇਗਾ, ਜਿੰਨਾ ਮਰਜੀ ਰੱਜ ਰੱਜ ਕੇ ਛਕ ਸਕਦੇ ਹੋ। ਅਵਰ ਲੋਭ ਤਿਆਗੋ ਤੁਮ ਬੇਗ। ਮਹਾਰਾਜ ਕਹਿਣ ਲੱਗੇ ਬੜੀ ਬੇਗ ਮੈਂ ਨਾ ਛੇਤੀ, ਬੇਗ ਮਿਲੋ ਜਨ ਕਰਨਾ ਬਿਲੰਬਾ। ਬਾਬਾ ਰਵਿਦਾਸ ਭਗਤ ਕਬੀਰ ਸਾਹਿਬ ਦੇ ਬਚਨ ਨੇ, ਬੇਗ ਮੈਂ ਨਾ ਛੇਤੀ। ਮਹਾਰਾਜ ਕਹਿੰਦੇ ਤੁਸੀਂ ਭੋਜਨ ਪ੍ਰਸ਼ਾਦ ਛਕੋ ਤੇ ਹੋਰ ਜਿਹੜਾ ਧਨ ਪਦਾਰਥਾਂ ਦਾ ਤੁਸੀਂ ਲੋਭ ਧਾਰੀ ਬੈਠੇ ਹੋ ਨਾ, ਇਹਨੂੰ ਬੇਗ ਤਿਆਗੋ, ਛੇਤੀ ਨਾਲ ਛੱਡ ਦਿਓ। ਕਿਉਂਕਿ ਲੋਭ ਤੇ ਲਾਲਚ ਬੰਦੇ ਨੂੰ ਬੜਾ
ਖੁਆਰ ਕਰਦਾ, ਬੜਾ ਦੁਖੀ ਕਰਦਾ ਹੈ। ਕਾਹੇ ਤ੍ਰਿਸ਼ਨਾ ਅਧ ਕਰਤ ਹੋ। ਮਹਾਰਾਜ ਕਹਿਣ ਲੱਗੇ, ਕਿਸ ਵਾਸਤੇ ਤੁਸੀਂ ਇੰਨੀ ਤ੍ਰਿਸ਼ਨਾ ਕਰਦੇ ਹੋ? ਹਮ ਸੋ ਧਨ ਕੇ ਹੇਤ ਅਰਤ ਹੋ। ਮਹਾਰਾਜ ਕਹਿੰਦੇ, ਸਾਡੇ ਨਾਲ ਤੁਸੀਂ ਸਿਰਫ ਇਸ ਧਨ ਵਾਸਤੇ ਇੰਨਾ ਅੜ ਰਹੇ ਹੋ, ਇੰਨੀ ਜ਼ਿੱਦ ਕਰ ਰਹੇ ਹੋ। ਐਸੇ ਬਹੁਤ ਭਈ ਤਕਰਾਰ। ਇਸ ਪ੍ਰਕਾਰ ਕਹਿੰਦੇ ਹੁਣ ਉਹਨਾਂ ਨੇ ਬੜੀ ਤਕਰਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਅੱਗਿਓਂ ਬੜੇ ਜਵਾਬ ਦੇਣ ਲੱਗ ਪਏ, ਨਹੀਂ ਜੀ ਤੁਸੀਂ ਕਿਉਂ ਨਹੀਂ ਦੇ ਰਹੇ, ਤੁਸੀਂ ਸਾਨੂੰ ਟਾਲ ਰਹੇ ਹੋ, ਤੁਸੀਂ ਕਿਉਂ ਨਹੀਂ ਦੇ ਰਹੇ, ਸਾਨੂੰ ਪਤਾ ਬੜਾ ਧਨ ਆਉਂਦਾ। ਇਉਂ ਕਹਿੰਦੇ ਇਹਨਾਂ ਦੀ ਮੱਤ ਜਿਹੜੀ ਹੁਣ ਇੰਨੀ ਮਲੀਨ ਹੋ ਗਈ, ਇੰਨੇ ਦੁਸ਼ਟਪੁਣੇ ਤੇ ਉਤਰ ਆਏ ਨੇ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਅੱਗੋਂ ਸਵਾਲ ਜਵਾਬ ਕਰਨ ਲੱਗ ਪਏ। ਓੜਕ ਦੁਸ਼ਟ ਕਰਤ ਪੇਰਾਰ। ਇਉਂ ਕਹਿੰਦੇ ਓੜਕ ਨੂੰ ਇਹ ਐਸੇ ਦੁਸ਼ਟ ਸਤਿਗੁਰਾਂ ਨਾਲ ਰਾਰ ਕਰਨ ਲੱਗ ਪਏ। ਰਾਰ ਮੈਂ ਨਾ ਰੌਲਾ, ਰਾਰ ਮੈਂ ਨਾ ਝਗੜਾ, ਜਿਵੇਂ ਕਿਸੇ ਨਾਲ ਝਗੜੀ ਦਾ ਹੁੰਦਾ। ਇਉਂ ਕਹਿੰਦੇ ਝਗੜਾ ਪਾਉਣ ਲੱਗ ਪਏ। ਕਹਿਤ ਭਏ ਹਮ ਦਿੱਲੀ ਜਾਵਹਿ। ਅਖੀਰ ਕਹਿਣ ਲੱਗੇ, ਅਸੀਂ ਦਿੱਲੀ ਦਰਬਾਰ ਤੱਕ ਜਾ ਕੇ ਤੁਹਾਡੀ ਸ਼ਿਕਾਇਤ ਕਰ ਦੇਵਾਂਗੇ। ਮਹਾਰਾਜ ਬੜੇ ਪ੍ਰਸੰਨ ਹੋ ਕੇ ਕਹਿੰਦੇ, ਭਾਈ ਤੁਸੀਂ ਜਾਓ, ਜੋ ਕਰਨਾ ਤੁਸੀਂ ਕਰ ਸਕਦੇ ਹੋ, ਪਰ ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਸਾਰੀਆਂ ਸੰਗਤਾਂ ਵਾਸਤੇ ਬਰਾਬਰ ਹੈ। ਸਾਰੀਆਂ ਸੰਗਤਾਂ ਆ ਕੇ ਸੇਵਾ ਕਰਦੀਆਂ ਨੇ, ਭੋਜਨ ਪ੍ਰਸ਼ਾਦ ਛਕਦੀਆਂ ਨੇ, ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਪਰਮਾਤਮਾ ਦੀ ਭਜਨ ਬੰਦਗੀ ਹੁੰਦੀ ਹੈ। ਇਹ ਤੁਸੀਂ ਵੀ ਕਰ ਸਕਦੇ ਹੋ। ਤੁਹਾਡੇ ਵਾਸਤੇ ਇੱਥੇ ਕੋਈ ਵਿਸ਼ੇਸ਼ ਕਾਨੂੰਨ ਨਹੀਂ ਹੈ, ਕੋਈ ਵੱਖਰਾ ਨਹੀਂ ਹੈ। ਇਸ ਕਰਕੇ ਤੁਹਾਡੀ ਇੱਛਾ ਹੈ ਭਾਈ, ਜੋ ਤੁਹਾਡਾ ਮਨ ਕਰਦਾ ਤੁਸੀਂ ਕਰ ਸਕਦੇ ਹੋ। ਕਰ ਫਰਿਆਦ ਤੁਮ ਤੇ ਧਨ ਪਾਵਹਿ। ਔਰ ਕਹਿਣ ਲੱਗੇ ਕਿ ਅਸੀਂ ਦਿੱਲੀ ਦਰਬਾਰ ਵਿੱਚ ਬਾਦਸ਼ਾਹ ਅਕਬਰ ਦੇ ਕੋਲ ਜਾ ਕੇ ਫਰਿਆਦ ਕਰਾਵਾਂਗੇ, ਫਰਿਆਦੀ ਹੋ ਕੇ। ਔਰ ਅਸੀਂ ਕਹਾਂਗੇ ਕਿ ਸਾਡੀ ਜ਼ਮੀਨ ਨੂੰ, ਸਾਡੇ ਇਲਾਕੇ ਨੂੰ ਇਹਨਾਂ ਨੇ ਜ਼ਬਰਦਸਤੀ ਕਬਜ਼ੇ ਵਿੱਚ ਲੈ ਲਿਆ ਹੈ। ਇਸ ਤਰ੍ਹਾਂ ਦੀਆਂ ਅਸੀਂ ਸਾਰੀਆਂ ਸ਼ਿਕਾਇਤਾਂ ਲਿਖ ਕੇ ਦੇਵਾਂਗੇ ਉੱਥੇ, ਤੇ ਉਸ ਵੇਲੇ ਫਿਰ ਤੁਹਾਡੇ ਕੋਲੋਂ ਅਸੀਂ ਧਨ ਲੈ ਲਵਾਂਗੇ। ਸਤਿਗੁਰ ਕਹਿਓ ਖੁਸ਼ੀ ਸੋ ਕਰੋ। ਮਹਾਰਾਜ ਕਹਿੰਦੇ, ਭਾਈ ਕੋਈ ਗੱਲ ਨਹੀਂ ਹੈ, ਜੋ ਤੁਹਾਡੀ ਖੁਸ਼ੀ ਹੈ, ਜਿਵੇਂ ਤੁਹਾਡਾ ਮਨ ਕਰਦਾ ਹੈ। ਅਸੀਂ ਤਾਂ ਸਾਰੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਯਤਨ ਕਰਦੇ ਹਾਂ। ਜੇ ਕੋਈ ਸੇਵਾ ਕਰਕੇ ਖੁਸ਼ ਹੁੰਦਾ ਹੈ, ਨਾਮ ਜਪ ਕੇ ਖੁਸ਼ ਹੁੰਦਾ ਹੈ, ਅਸੀਂ ਉਹਨੂੰ ਕਹਿੰਦੇ, ਭਾਈ ਤੂੰ ਇਸ ਤਰ੍ਹਾਂ ਖੁਸ਼ੀ ਲੈ। ਜੇ ਤੁਹਾਨੂੰ ਸਾਡੇ ਨਾਲ ਈਰਖਾ ਕਰਕੇ, ਵੈਰ ਕਰਕੇ ਜਾਂ ਸਾਡੀਆਂ ਸ਼ਿਕਾਇਤਾਂ ਲਾ ਕੇ ਤੁਹਾਨੂੰ ਖੁਸ਼ੀ ਮਿਲਦੀ ਹੈ, ਮਹਾਰਾਜ ਕਹਿੰਦੇ ਅਸੀਂ ਇੱਦਾਂ ਵੀ ਤਿਆਰ ਹਾਂ। ਅਸੀਂ ਤਾਂ ਬਸ ਦੂਸਰਿਆਂ ਨੂੰ ਖੁਸ਼ ਚਾਹੁੰਦੇ ਹਾਂ। ਜਿਵੇਂ ਤੁਸੀਂ ਖੁਸ਼ ਹੁੰਦੇ ਹੋ ਤੁਸੀਂ ਉਵੇਂ ਕਰ ਸਕਦੇ ਹੋ। ਇਹਦੇ ਵਿੱਚ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ। ਹਮ ਤੇ ਧਨ ਕੀ ਆਸ ਨ ਧਰੋ। ਪਰ ਮਹਾਰਾਜ ਕਹਿੰਦੇ ਇਹ ਗੱਲ ਭਾਈ ਜਾਣ ਲਓ, ਸਾਡੇ ਕੋਲੋਂ ਧਨ ਦੀ, ਪੈਸੇ ਦੀ ਆਸ ਨਾ ਰੱਖਿਓ। ਇਹ ਪੈਸਾ ਮੇਰਾ ਆਪਣਾ ਨਹੀਂ ਹੈ, ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ, ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਦੀ ਮਾਇਆ ਹੈ। ਗਏ ਸਦਨ ਉਠ ਮਤਾ ਪਕਾਇਓ। ਇਉਂ ਕਹਿੰਦੇ ਉੱਠ ਕੇ ਅਖੀਰ ਆਪਣੇ ਘਰ ਚਲੇ ਗਏ, ਮਤਾ ਪਕਾਇਆ ਹੈ, ਸਲਾਹ ਕੀਤੀ ਹੈ। ਦਿੱਲੀ ਜਾਏ ਕਲੰਕ ਸੋ ਪਾਇਓ। ਕਹਿੰਦੇ ਫਿਰ ਸਾਰੀ ਇਹਨਾਂ ਨੇ ਵਿਉਂਤ ਬਣਾ ਲਈ ਤੇ ਦਿੱਲੀ ਤੱਕ ਕਹਿੰਦੇ ਪਹੁੰਚ ਕਰ ਲਈ ਹੈ। ਚਵਗਤੇ ਆਗੇ ਫਰਿਆਦ। ਇਉਂ ਕਹਿੰਦੇ ਜੋ ਚਵਗੱਤਾ ਬਾਦਸ਼ਾਹ ਹੈ ਅਕਬਰ, ਉਸ ਦੇ ਦਰਬਾਰ ਵਿੱਚ ਕਹਿੰਦੇ ਇਹਨਾਂ ਨੇ ਫਰਿਆਦ ਕੀਤੀ, ਪਰ ਇਹਨਾਂ ਨੂੰ ਕਲੰਕ ਹੀ ਲੱਗਾ। ਮੂਰਖ ਕਰਤ ਭਏ ਬਹੁ ਬਾਦ। ਬਾਦ ਮੈਂ ਨਾ ਹੁੰਦਾ ਝਗੜਾ। ਕਹਿੰਦੇ ਐਸੇ ਮੂਰਖ ਮਤ ਵਾਲੇ ਇਹ ਦਿੱਲੀ ਦਰਬਾਰ ਤੱਕ ਇਹਨਾਂ ਨੇ ਇਹ ਕਹਿੰਦੇ ਫਰਿਆਦ ਕਰ ਦਿੱਤੀ, ਔਰ ਇਹਨਾਂ ਨੇ ਵਿਅਰਥ ਹੀ ਇਹ ਜਿਹੜਾ ਝਗੜਾ ਆਪਣੇ ਗਲ ਪਾ ਲਿਆ। ਏਕ ਪਠਾਨ ਗੁਰੂ ਕਾ ਦਾਸ। ਇਉਂ ਕਹਿੰਦੇ ਫਰਿਆਦ ਤਾਂ ਕੀਤੀ ਇਹਨਾਂ ਨੇ, ਬੜੀਆਂ ਝੂਠੀਆਂ ਸ਼ਿਕਾਇਤਾਂ, ਜਿਹੜੀਆਂ ਝੂਠਾ ਹਲਫਨਾਮਾ ਬਣਾ ਕੇ ਪੇਸ਼ ਕੀਤਾ ਹੈ ਦਰਬਾਰ ਦੇ ਵਿੱਚ, ਦਿੱਲੀ ਦਰਬਾਰ 'ਚ ਬੜੀਆਂ ਗੱਲਾਂ ਕੀਤੀਆਂ ਨੇ ਕਿ ਜ਼ਮੀਨ ਜਿਹੜੀ ਹੈ ਸਾਡੀ ਹੈ, ਸਾਡਾ ਇਲਾਕਾ ਹੈ, ਇੱਥੇ ਇਹਨਾਂ ਨੇ ਇਸ ਤਰ੍ਹਾਂ ਸਥਾਨ ਬਣਾ ਲਿਆ, ਹੁਣ ਸਾਨੂੰ ਕੁਝ ਦਿੰਦੇ ਨਹੀਂ ਹਨ। ਪਤਾ ਨਹੀਂ ਕੀ ਕੁਝ ਇਹਨਾਂ ਨੇ ਝੂਠ ਬਣਾ ਕੇ ਉੱਥੇ ਪੇਸ਼ ਕੀਤਾ ਹੈ। ਕਹਿੰਦੇ ਉੱਥੇ ਇੱਕ ਪਠਾਨ ਹੈ ਮੁਸਲਮਾਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ, ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੀ, ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਵਡਿਆਈ ਨੂੰ, ਸਤਿਗੁਰਾਂ ਦੀ ਸ਼ਕਤੀ ਨੂੰ, ਉਸਤਤ ਨੂੰ ਜਾਣਦਾ ਹੈ। ਕਹਿੰਦੇ ਉਸ ਪਠਾਨ ਨੇ ਫਿਰ ਕੁਝ ਇਸ ਤਰ੍ਹਾਂ ਕੀਤਾ। ਸਭਾ ਮਧ ਚਵਗਤੇ ਪਾਸ। ਕਹਿੰਦੇ ਜਦੋਂ ਸਭਾ ਲੱਗੀ ਤੇ ਇਹਨਾਂ ਹੰਕਾਰੀਆਂ ਦਾ, ਇਹਨਾਂ ਝੂਠਿਆਂ ਦਾ ਜਿਹੜਾ ਸ਼ਿਕਾਇਤਨਾਮਾ ਹੈ ਦਰਬਾਰ ਵਿੱਚ ਪੜ੍ਹਿਆ ਗਿਆ,
ਕਹਿੰਦੇ ਉਸ ਪਠਾਨ ਨੇ ਉਸ ਵੇਲੇ ਬਾਦਸ਼ਾਹ ਨੂੰ ਦਰਬਾਰ ਵਿੱਚ ਕਿਹਾ, ਸਰਬ ਭੇਦ ਪ੍ਰਗਟਾਵਤ ਭਇਓ। ਕਹਿਣ ਲੱਗਾ ਜੀ ਇਹ ਤਾਂ ਕਿਸੇ ਨੇ ਈਰਖਾ ਵਿੱਚ ਆ ਕੇ ਸੱਚੇ ਸਾਹਿਬਾਂ ਦੇ ਬਾਰੇ ਐਸਾ ਲਿਖਿਆ ਹੈ, ਤੁਸੀਂ ਆਪ ਦੇਖ ਸਕਦੇ ਹੋ। ਉੱਥੇ ਗਰੀਬਾਂ ਵਾਸਤੇ ਮੁਫਤ ਜਿਹੜਾ ਭੋਜਨ ਦਿੱਤਾ ਜਾਂਦਾ ਹੈ, ਲੋੜਵੰਦ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ, ਉੱਥੇ ਰੋਗੀਆਂ ਦਾ ਇਲਾਜ ਕੀਤਾ ਜਾਂਦਾ ਹੈ। ਉੱਥੇ ਤਾਂ ਅੱਲਾਹ ਤਾਲਾ ਦੀ ਪ੍ਰਮਾਤਮਾ ਦੀ ਬੰਦਗੀ ਤੋਂ ਬਿਨਾਂ ਦੂਜੀ ਕੋਈ ਗੱਲ ਨਹੀਂ ਹੈ। ਇਹ ਤਾਂ ਕਿਸੇ ਨੇ ਈਰਖਾ ਕੀਤੀ ਹੈ। ਇਹ ਸਾਰਾ ਭੇਦ ਜਿਹੜਾ ਹੈ ਕਹਿੰਦੇ ਉਸ ਸ਼ਰਧਾਵਾਨ ਪਠਾਨ ਨੇ ਬਾਦਸ਼ਾਹ ਨੂੰ ਦੱਸਿਆ ਹੈ। ਦੁਸ਼ਟਨ ਕੋ ਝੂਠਾ ਤਨ ਕੀਓ। ਕਹਿੰਦੇ ਦੁਸ਼ਟਾਂ ਨੂੰ ਝੂਠਾ ਕਰ ਦਿੱਤਾ ਹੈ। ਲੱਗੀ ਹੋਣ ਤਨ ਪਰ ਬ੍ਰਹਮ ਬਹੁਮਾਰ। ਇਉਂ ਕਹਿੰਦੇ ਫਿਰ ਉਹਨਾਂ ਦਾ ਝੂਠ ਸਾਬਤ ਹੋਇਆ ਤੇ ਜਿਹੜੇ ਫਰਿਆਦੀ ਬਣ ਕੇ ਗਏ ਉਹਨਾਂ ਨੂੰ ਉੱਥੇ ਦਰਬਾਰ ਵਿੱਚ ਫਿਰ ਸਜ਼ਾ ਸੁਣਾ ਦਿੱਤੀ ਗਈ। ਧੱਕੇ ਦੇ ਕੇ ਕੱਢੇ ਦਰਬਾਰ। ਕਹਿੰਦੇ ਧੱਕੇ ਦੇ ਕੇ ਫਿਰ ਦਰਬਾਰ ਵਿੱਚੋਂ ਬਾਦਸ਼ਾਹ ਨੇ ਕੱਢ ਦਿੱਤਾ ਹੈ। ਬਹੁਤ ਦੁਖੀ ਸਭ ਸੌਜ ਗਵਾਈ। ਸਾਰੀ ਸੌਜ ਸਮਗਰੀ ਵੀ ਗਵਾ ਲਈ ਤੇ ਬੜੇ ਦੁਖੀ ਹੋਏ। ਘਰ ਆਵ ਤੂੰ ਲੱਜਾ ਬਹੁ ਪਾਈ। ਕਹਿੰਦੇ ਆਪਣੇ ਘਰ ਵਿੱਚ ਆਏ ਤੇ ਲੋਕ ਪੁੱਛਦੇ ਨੇ, ਭਾਈ ਕੀ ਬਣਿਆ ਤੁਹਾਡੇ ਫੈਸਲੇ ਦਾ, ਹੁਣ ਕੀ ਦੱਸਣ? ਸ਼ਰਮਿੰਦੇ ਹੋ ਗਏ। ਮਹਾਰਾਜ ਜੀ ਦਾ ਅੰਮ੍ਰਿਤ ਬਚਨ ਹੈ, ਨਿਰਵੈਰੇ ਨਾਲ ਜੇ ਵੈਰ ਰਚਾਏ ਤਿਸ ਦਾ ਕਦੇ ਨਾ ਹੋਵੀ ਭਲਾ। ਨਿਰਵੈਰ ਸਤਿਗੁਰੂ ਨਾਲ ਕੋਈ ਵੈਰ ਕਰਕੇ ਕੀ ਖੱਟ ਲਏਗਾ। ਸੋ ਇਸ ਤਰ੍ਹਾਂ ਕਹਿੰਦੇ ਹੁਣ ਸ਼ਰਮਿੰਦੇ ਹੋ ਕੇ ਆਪਣੇ ਪਿੰਡ ਵਿੱਚ ਫਿਰਦੇ ਹਨ। ਰੋਲ ਮਰ ਗਏ ਸੋ ਆਏ ਫੇਰ। ਇਉਂ ਕਹਿੰਦੇ ਕੁਝ ਰੁਲ ਗਏ, ਮਰ ਗਏ, ਖਪ ਗਏ। ਇਸ ਤਰ੍ਹਾਂ ਕਹਿੰਦੇ ਆਪਣੀ ਕੁਲ ਨੂੰ ਕਲੰਕਿਤ ਕਰ ਲਿਆ, ਖਤਮ ਕਰ ਲਿਆ। ਦੁਖੀ ਭਏ ਜਮ ਮਾਰੇ ਕੇ। ਕਹਿੰਦੇ ਦੁਖੀ ਹੋ ਕੇ ਜਮ ਨੇ ਘੇਰ ਘੇਰ ਕੇ ਮਾਰਿਆ। ਬੜੇ ਔਖੇ ਹੋ ਕੇ ਇਹਨਾਂ ਦੀ ਜਾਨ ਨਿਕਲੀ ਹੈ। ਇਹੋ ਬਿਰਤਾਂਤ ਸਭਨ ਸੁਣ ਪਾਇਓ। ਇਹ ਸਾਰਾ ਬਿਰਤਾਂਤ ਕਹਿੰਦੇ ਸਾਰਿਆਂ ਨੇ ਸੁਣਿਆ ਹੈ। ਦੁਸ਼ਟਨ ਕੋ ਪ੍ਰਭ ਦੰਡ ਦਵਾਇਓ। ਕਿ ਦੁਸ਼ਟਾਂ ਨੂੰ ਪ੍ਰਭੂ ਨੇ ਆਪ ਹੀ ਦੰਡ ਦੇ ਦਿੱਤਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤਾਂ ਕੁਝ ਨਹੀਂ ਕਿਹਾ ਕਿ ਭਾਈ ਅਸੀਂ ਤੁਹਾਡੇ ਤੇ ਨਾਰਾਜ਼ ਹੋਵਾਂਗੇ ਜਾਂ ਸ਼ਰਾਪ ਦੇ ਦਿਆਂਗੇ, ਤੁਹਾਨੂੰ ਆ ਹੋ ਜਾਏ। ਕਹਿੰਦੇ ਮਹਾਰਾਜ ਜੀ ਨੇ ਕੁਝ ਨਹੀਂ ਕਿਹਾ। ਉਸ ਪ੍ਰਮਾਤਮਾ ਨੇ, ਸੱਚੇ ਮਾਲਕ ਨੇ ਨਿਆਂ ਕੀਤਾ ਹੈ। ਸ੍ਰੀ ਗੁਰੂ ਰਾਮਦਾਸ ਪ੍ਰਭ ਸੁਆਮੀ। ਇਉਂ ਕਹਿੰਦੇ ਸ੍ਰੀ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਜੋ ਹਨ, ਕਿਰਪਾ ਸਿੰਧ ਸਭ ਅੰਤਰ ਜਾਮੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੋ ਕਿਰਪਾ ਦੇ ਸਿੰਧ ਮੈਨਾ ਸਾਗਰ, ਕਿਰਪਾ ਦੇ ਸਾਗਰ ਹਨ ਤੇ ਅੰਤਰਜਾਮੀ ਹਨ। ਤਾਹੇ ਸਮੇਂ ਗੁਰ ਸੇਵ ਮਝਾਰ। ਜਿਸ ਵੇਲੇ ਇਹ ਘਟਨਾ ਵਾਪਰੀ ਹੈ ਉਸ ਵੇਲੇ ਗੁਰਤਾ ਗੱਦੀ ਤੇ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਵਿਰਾਜਮਾਨ ਨੇ। ਚੌਥੇ ਪਾਤਸ਼ਾਹ ਸ੍ਰੀ ਰਾਮਦਾਸ ਜੀ ਉਸ ਵੇਲੇ ਮਹਾਰਾਜ ਜੀ ਦੇ ਸੇਵਕ ਹਨ, ਸੇਵਾਦਾਰ ਦੇ ਰੂਪ ਵਿੱਚ ਸੇਵਾ ਕਰਦੇ ਨੇ। ਤਤਪਰ ਰਹਿਤ ਹੋਤੇ ਦਰਬਾਰ। ਬੜੇ ਤਤਪਰ ਹੋ ਕੇ ਕਮਰ ਕੱਸਾ ਕਰਕੇ ਮਹਾਰਾਜ ਜੀ ਦੀ ਸੇਵਾ ਵਿੱਚ ਹੀ ਹਾਜ਼ਰ ਰਹਿੰਦੇ ਹਨ। ਗੌੜੀ ਰਾਗ ਵਾਰ ਕੇ ਅੰਤਰ। ਕਹਿੰਦੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਇੱਕ ਅੰਮ੍ਰਿਤ ਬਾਣੀ ਗੌੜੀ ਰਾਗ ਦੀ ਵਾਰ ਵਿੱਚ ਹੈ। ਇਸ ਪਰਥਾਏ ਸ਼ਲੋਕ ਸੁਤੰਤਰ। ਸਵੈਤੰਤਰ ਹੋ ਕੇ ਆਪਣੀ ਇੱਛਾ ਵਿੱਚ ਆ ਕੇ, ਆਪਣੀ ਮੌਜ ਵਿੱਚ ਆ ਕੇ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਕਹਿੰਦੇ ਆਪਣੀ ਬਾਣੀ ਵਿੱਚ ਵੀ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਕਿਉਂਕਿ ਜਦੋਂ ਇਹ ਘਟਨਾ ਘਟੀ ਹੈ ਉਦੋਂ ਸ਼੍ਰੀ ਰਾਮਦਾਸ ਮਹਾਰਾਜ ਗੋਇੰਦਵਾਲ ਸਾਹਿਬ ਵਿਖੇ ਸੇਵਾਦਾਰ ਸਨ ਤੇ ਮਹਾਰਾਜ ਜੀ ਨੇ ਸਾਰੀ ਘਟਨਾ ਅੱਖੀਂ ਦੇਖੀ ਹੋਈ ਹੈ। ਤੋ ਕਹਿੰਦੇ ਜਦੋਂ ਮਹਾਰਾਜ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ, ਬਾਣੀ ਉਚਾਰਨ ਕੀਤੀ ਹੈ, ਉਦੋਂ ਇਸ ਘਟਨਾ ਦਾ ਆਪਣੀ ਬਾਣੀ ਵਿੱਚ ਮਹਾਰਾਜ ਜੀ ਨੇ ਜ਼ਿਕਰ ਕਰ ਦਿੱਤਾ ਹੈ ਤਾਂ ਕਿ ਆਉਣ ਵਾਲੇ ਲੋਕ, ਆਉਣ ਵਾਲੀ ਜੋ ਪੀੜ੍ਹੀ ਹੈ ਉਹ ਇਹ ਨਾ ਸੋਚੇ ਨਹੀਂ ਜੀ ਗੋਇੰਦਵਾਲ ਸਾਹਿਬ ਐਸੀ ਘਟਨਾ ਹੋਈ ਨਹੀਂ, ਇਹ ਇਤਿਹਾਸ ਐਵੇਂ ਲਿਖ ਦਿੱਤਾ, ਅਸੀਂ ਨਹੀਂ ਮੰਨਦੇ। ਇਸ ਤਰ੍ਹਾਂ ਦਾ ਕੁਝ ਹੋ ਵੀ ਰਿਹਾ ਸਾਨੂੰ ਪਤਾ ਹੈ। ਤੋ ਸੱਚੇ ਪਾਤਸ਼ਾਹ ਜੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਉਸ ਸ਼ਬਦ ਵਿੱਚ, ਉਸ ਗੌੜੀ ਰਾਗ ਦੀ ਵਾਰ ਦੀ ਪੌੜੀ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਉਚਰਤ ਭਏ ਭਲੋ ਚਿਤ ਲਾਏ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਅੰਮ੍ਰਿਤ ਬਾਣੀ, ਉਹ ਪੌੜੀ ਉਚਾਰਨ ਕੀਤੀ ਹੈ। ਜੋ ਗੁਰ ਕੀ ਮਹਿਮਾ ਪ੍ਰਗਟਾਏ। ਕਹਿੰਦੇ ਜਿਸ ਬਾਣੀ ਵਿੱਚ, ਜਿਸ ਸ਼ਲੋਕ ਵਿੱਚ ਗੁਰੂ ਦੀ ਮਹਿਮਾ ਨੂੰ ਪ੍ਰਗਟ ਕੀਤਾ ਹੈ। ਸੁਨਹੁ ਸਿੱਖ ਚਿਤ ਕਰ ਸਾਵਧਾਨ। ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਐ ਸਿੱਖ ਸੰਗਤ ਜੀ ਧਿਆਨ ਨਾਲ ਉਹਨਾਂ ਬਚਨਾਂ ਨੂੰ ਸੁਣੋ। ਸ੍ਰੀ ਸਤਿਗੁਰੂ ਜੋ ਕੀਨ ਬਖਾਨ। ਜੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹ ਸ਼ਲੋਕ ਉਚਾਰਿਆ, ਕਹਿੰਦੇ ਅਸੀਂ ਇੱਥੇ ਇਤਿਹਾਸ ਵਿੱਚ, ਕਥਾ ਵਿੱਚ ਲਿਖ ਰਹੇ ਹਾਂ। ਸ਼ਲੋਕ ਮਹੱਲਾ ਚੌਥਾ।
ਮਲ ਜੂਈ ਭਰਿਆ ਨੀਲਾ ਕਾਲਾ ਖੇਤੋਲੜਾ। ਸ਼ਲੋਕ ਮਹੱਲਾ ਚੌਥਾ। ਚੌਥੇ ਮਹੱਲੇ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੀ ਰਸਨਾ ਤੋਂ ਉਚਾਰਨ ਹੋਇਆ ਗੌੜੀ ਰਾਗ ਦੀ ਵਾਰ ਵਿੱਚ ਇਹ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ 306 ਅੰਗ ਤੇ ਸੁਸ਼ੋਭਿਤ ਹੈ। ਮਹਾਰਾਜ ਕਹਿੰਦੇ ਦੇਖੋ, ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ। ਸੰਸਕ੍ਰਿਤ ਦਾ ਲਫ਼ਜ਼ ਹੈ ਯੂਕਾ। ਯੂਕਾ ਦਾ ਅਰਥ ਹੁੰਦਾ ਜੂਆਂ। ਯੂਕਾ ਤੋਂ ਬ੍ਰਿਜ ਭਾਸ਼ਾ ਲਫ਼ਜ਼ ਬਣਿਆ ਜੂਈ। ਜੂਈ ਦਾ ਮਤਲਬ ਜੂਆਂ। ਕਹਿੰਦੇ ਫਰਿਆਦੀ ਬਣ ਕੇ ਇਹਨਾਂ ਮਰਵਾਇਆਂ ਨੇ ਬਾਦਸ਼ਾਹ ਦੇ ਦਰਬਾਰ ਵਿੱਚ ਫਰਿਆਦ ਕੀਤੀ ਸੀ, ਦੇਖੋ ਜੀ ਸਾਡੀ ਇਹੋ ਜੀ ਹਾਲਤ ਹੈ। ਕਹਿੰਦੇ ਜੂਆਂ ਦਾ ਮੈਲ ਦਾ ਭਰਿਆ ਹੋਇਆ ਚੋਲਾ ਬਣਾ ਕੇ ਪਾਇਆ ਤੇ ਬਹੁਤ ਭੈੜਾ ਜਿਹਾ ਮੰਗਤਿਆਂ ਵਾਲਾ ਲਿਬਾਸ ਬਣਾ ਕੇ ਇਹ ਦਰਬਾਰ ਵਿੱਚ ਹਾਜ਼ਰ ਹੋਏ। ਜੀ ਦੇਖੋ ਗੁਰੂ ਸਾਹਿਬ ਨੇ ਸਾਡੀ ਆਹ ਹਾਲਤ ਕਰ ਦਿੱਤੀ। ਇਉਂ ਕਹਿੰਦੇ ਇਹਨਾਂ ਨੇ ਇਹ ਸ਼ਿਕਾਇਤ ਲਾਈ ਸੀ। ਮਹਾਰਾਜ ਕਹਿੰਦੇ ਦੇਖੋ, ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ। ਨੀਲੇ ਤੇ ਕਾਲੇ ਰੰਗ ਦਾ ਚੋਲਾ ਬਣਾ ਕੇ ਮੈਲ ਨਾਲ ਭਰਿਆ ਹੋਇਆ ਪਾਇਆ ਹੈ ਤੇ ਕਹਿੰਦੇ ਇਸ ਤਰ੍ਹਾਂ ਫਿਰ ਦਰਬਾਰ ਵਿੱਚ ਪੇਸ਼ ਹੋਏ। ਤਿਨ ਵੇਮੁਖ ਵੇਮੁਖੈ ਨੂੰ ਪਾਇਆ। ਕਹਿੰਦੇ ਵੇਮੁਖ ਮਰਵਾਹੇ ਦੇ ਪੁੱਤਰ ਨੇ ਆਪਣੇ ਵੇਮੁਖ ਨੌਕਰ ਨੂੰ ਇਹ ਚੋਲਾ ਪਵਾਇਆ ਸੀ। ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ। ਇਉਂ ਕਹਿੰਦੇ ਜਦੋਂ ਇਹਨਾਂ ਦੀ ਕਰਤੂਤ ਦੁਨੀਆ ਸਾਹਮਣੇ ਆਈ, ਇਹਨਾਂ ਨੂੰ ਕੋਈ ਕੋਲ ਨਹੀਂ ਬਹਿਣ ਦਿੰਦਾ ਸੀ। ਗੋਹੂ ਪੜ ਸਗਵੀ ਮਲ ਲਾਏ ਮਨ ਮੁਖ ਆਇਆ। ਕਹਿੰਦੇ ਸਗੋਂ ਇਹ ਮਨਮੁਖ ਹੋਰ ਗੰਦਗੀ ਸਿਰ ਵਿੱਚ ਪਵਾ ਕੇ ਸ਼ਰਮਿੰਦੇ ਹੋ ਕੇ ਦਿੱਲੀ ਦਰਬਾਰ ਤੋਂ ਵਾਪਸ ਮੁੜੇ ਸਨ। ਪਰਾਈ ਜੋ ਨਿੰਦਾ ਚੁਗਲੇ ਨੂੰ ਬੇਮੁਖ ਕਰਕੇ ਭੇਜਿਆ। ਮਹਾਰਾਜ ਕਹਿੰਦੇ ਦੇਖੋ, ਸਤਿਗੁਰਾਂ ਦੀ ਪਰਾਈ ਨਿੰਦਾ ਚੁਗਲੀ ਕਰਨ ਵਾਸਤੇ ਗੋਂਦੇ ਖੱਤਰੀ ਦੇ ਪੁੱਤਰਾਂ ਨੇ ਮਰਵਾਇਆ ਨੇ ਕਹਿੰਦੇ ਉਹਨਾਂ ਵੇਮੁਖਾਂ ਨੂੰ ਭੇਜਿਆ ਸੀ। ਉੱਥੇ ਪੇ ਮੋਹ ਕਾਲਾ ਦੋਹਾਂ ਵੇਮੁਖਾਂ ਦਾ ਕਰਾਇਆ। ਕਹਿੰਦੇ ਪ੍ਰਮਾਤਮਾ ਨੇ ਇਹਨਾਂ ਦੋਹਾਂ ਦਾ, ਗੋਂਦੇ ਦੇ ਪੁੱਤਰ ਤੇ ਉਹਦੀ ਨੌਕਰ ਦਾ, ਜਿਹੜੇ ਫਰਿਆਦੀ ਬਣ ਕੇ ਗਏ ਸਨ, ਇਹਨਾਂ ਦੋਹਾਂ ਕਹਿੰਦੇ ਬੇਮੁਖਾਂ ਦਾ ਮੂੰਹ ਕਾਲਾ ਹੋਇਆ ਦਰਬਾਰ ਦੇ ਵਿੱਚ। ਪੜ ਸੁਣਿਆ ਸਬਤ ਜਗਤ ਵਿੱਚ ਭਾਈ। ਮਹਾਰਾਜ ਕਹਿੰਦੇ ਤੜ ਸੁਣਿਆ। ਤੜ ਮੈਂ ਨਾ ਬੜੀ ਛੇਤੀ ਨਾਲ ਸਾਰੇ ਸੰਸਾਰ ਵਿੱਚ ਕਹਿੰਦੇ ਖਬਰ ਫੈਲ ਗਈ। ਵੇਮੁਖ ਸਣੇ ਨਫਰੇ ਪੌਲੀ ਪੌਦੀ ਫਾਵਾ ਹੋਏ ਕੈ ਉਠ ਘਰ ਆਇਆ। ਕਹਿੰਦੇ ਜਿਹੜੇ ਵੇਮੁਖ ਸਨ, ਸਣੇ ਨਫਰ ਹੈ, ਫਾਰਸੀ ਚ ਨਫਰ ਕਹਿੰਦੇ ਨੌਕਰ। ਨੌਕਰ ਨੂੰ ਨਾਲ ਲੈ ਕੇ ਗੋਂਦੇ ਦਾ ਪੁੱਤਰ ਗਿਆ ਸੀ। ਉੱਥੇ ਕੀ ਹੋਇਆ? ਕਹਿੰਦੇ ਪੌਲੀ ਪੌਦੀ, ਪੌਲ ਮੈਨਾ ਜੁੱਤੀ ਤੇ ਪੌਲੀ ਜੁੱਤੀਆਂ। ਕਹਿੰਦੇ ਪੌਲੀ ਪੌਦੀ ਜੁੱਤੀਆਂ ਸਿਰ ਵਿੱਚ ਪਈਆਂ, ਸ਼ਰਮਿੰਦੇ ਹੋਏ। ਤੇ ਫਾਵਾ, ਫਾਰਸੀ ਚ ਫਾਵਾ ਕਹਿੰਦੇ ਸ਼ਰਮਿੰਦਾ। ਸ਼ਰਮਿੰਦਾ ਹੋ ਕੇ ਕਹਿੰਦੇ ਗੋਂਦੇ ਖੱਤਰੀ ਦਾ ਪੁੱਤਰ ਵਾਪਸ ਘਰ ਆ ਗਿਆ। ਅੱਗੇ ਸੰਗਤੀ ਕੁੜਮੀ ਬੇਮੁਖ ਰਲਣਾ ਨਾ ਮਿਲੇ। ਕਹਿੰਦੇ ਆ ਕੇ ਫਿਰ ਪ੍ਰਾਹੁਣਚਾਰੀਆਂ ਰਿਸ਼ਤੇਦਾਰਾਂ ਕੁੜਮਾਂ ਦੇ ਵਿੱਚ ਵੀ ਬੈਠਣ ਜੋਗੇ ਨਾ ਰਹੇ। ਤਾਂ ਵਹੁਟੀ ਭਤੀਜੀ ਫਿਰ ਆਣ ਘਰ ਪਾਇਆ। ਕਹਿੰਦੇ ਸ਼ਰਮਿੰਦਗੀ ਨਾਲ ਤੁਰੇ ਫਿਰਦੇ ਸਨ। ਫਿਰ ਵਹੁਟੀ ਤੇ ਭਤੀਜੀ ਨੇ ਕਹਿੰਦੇ ਲਿਆ ਕੇ ਇਹਨਾਂ ਨੂੰ ਘਰ ਬਿਠਾਇਆ ਸੀ। ਹਾਲਤ ਪਲਤ ਦੋਵੇਂ ਗਏ। ਕਹਿੰਦੇ ਇਹਨਾਂ ਦਾ ਹਾਲਤ ਤੇ ਪਲਤ, ਲੋਕ ਤੇ ਪਰਲੋਕ ਗਵਾਚ ਗਿਆ। ਨਿਤ ਭੁੱਖਾ ਕੂਕੇ ਤਿਹਾਇਆ। ਇਉਂ ਕਹਿੰਦੇ ਗੋਂਦੇ ਖੱਤਰੀ ਦਾ ਪੁੱਤਰ ਭੁੱਖਾ ਤਿਹਾਇਆ। ਕਹਿੰਦੇ ਦਿਮਾਗੀ ਹਾਲਤ ਖਰਾਬ ਹੋ ਗਈ ਸੀ, ਇੰਨਾ ਇਹਦੇ ਤੇ ਅਸਰ ਹੋ ਗਿਆ। ਉੱਚੀ ਉੱਚੀ ਕਹਿੰਦੇ ਚੀਖਦਾ ਰੌਲਾ ਪਾਉਂਦਾ ਰਹਿੰਦਾ ਸੀ। ਧੰਨ ਧੰਨ ਸੁਆਮੀ ਕਰਤਾ ਪੁਰਖ ਹੈ। ਮਹਾਰਾਜ ਕਹਿੰਦੇ ਭਾਈ ਉਹ ਸੁਆਮੀ ਕਰਤਾ ਪੁਰਖ ਵਾਹਿਗੁਰੂ ਧੰਨ ਹੈ, ਅੰਤਰਜਾਮੀ ਹੈ। ਜਿਨ ਨਿਆਉ ਸੱਚ ਬਹਿਆ ਪਕਰਾਇਆ। ਕਹਿੰਦੇ ਜਿਨ੍ਹਾਂ ਨੇ ਆਪ ਹੀ ਇਹ ਸੱਚਾ ਨਿਆਉ ਕੀਤਾ ਹੈ, ਉਹ ਮਾਲਕ ਆਪ ਹੀ ਜਾਣਦਾ ਹੈ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ। ਮਹਾਰਾਜ ਕਹਿੰਦੇ ਜੋ ਪੂਰੇ ਸਤਿਗੁਰੂ ਦੀ ਭਾਈ ਨਿੰਦਾ ਕਰਦਾ ਹੈ, ਸੋ ਸਾਚੈ ਮਾਰ ਪਚਾਇਆ। ਉਹ ਸੱਚਾ ਮਾਲਕ ਵਾਹਿਗੁਰੂ ਉਸ ਨੂੰ ਮਾਰ ਦਿੰਦਾ ਹੈ, ਉਹ ਖਤਮ ਕਰ ਦਿੰਦਾ ਹੈ, ਬੇਇੱਜ਼ਤ ਕਰ ਦਿੰਦਾ ਹੈ। ਜੋ ਸੱਚੇ ਗੁਰੂ ਨਾਲ ਕਹਿੰਦੇ ਮੱਥਾ ਲਾਉਣ ਦਾ ਯਤਨ ਕਰਦਾ ਹੈ। ਇਹ ਅੱਖਰ ਤਿਨ ਆਖਿਆ ਜਿਨ ਜਗਤ ਸਭਿਓ ਪਾਇਆ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਇਹ ਅੱਖਰ, ਇਹ ਸ਼ਬਦ ਜੋ ਅਸੀਂ ਕਹੇ ਨੇ ਨਾ, ਇਹ ਸਾਡੇ ਆਪਣੇ ਨਹੀਂ ਹਨ। ਇਹ ਬਾਣੀ, ਇਹ ਸ਼ਬਦ ਉਸ ਮਾਲਕ ਨੇ ਆਖਿਆ ਹੈ ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ। ਚਾਉ ਪਈ ਰਹਿ ਗਿਓ ਬਾਲਕ ਏਕ ਪਿਸ਼ਾਰੀ। ਇਉਂ ਕਹਿੰਦੇ ਇਹਨਾਂ ਮਰਵਾਇਆਂ ਦੀ ਕੁੱਲ ਇੱਕ ਵਾਰੀ ਸਮਝ ਲਓ ਖਤਮ ਹੋ ਗਈ।
ਔਰ ਇਹਨਾਂ ਦੇ ਵਿੱਚੋਂ ਕਹਿੰਦੇ ਇੱਕ ਬਾਲਕ ਇੱਕ ਬੱਚਾ ਬਾਕੀ ਰਹਿ ਗਿਆ ਸੀ। ਗੁਣ ਦੇ ਕੀਤਰਿਆ ਗੁਰੂ ਅਗਾਰੇ, ਕਹਿੰਦੇ ਇਹਨਾਂ ਦੀ ਇੱਕ ਔਰਤ ਤ੍ਰੀਮਤ ਰਹਿ ਗਈ, ਬਾਕੀ ਸਾਰੇ ਖੱਪ ਕੇ ਖਤਮ ਹੋ ਗਏ ਸਨ ਗੁਰੂ ਘਰ ਨਾਲ ਵੈਰ ਕਰਨ ਕਰਕੇ। ਕਹਿੰਦੇ ਇੱਕ ਔਰਤ ਤੇ ਇੱਕ ਬੱਚਾ ਰਹਿ ਗਿਆ ਸੀ। ਉਹ ਔਰਤ ਜਿਹੜੀ ਹੈ ਉਹ ਫਿਰ ਇਕੱਲੀ ਰਹਿ ਗਈ ਤੇ ਅਖੀਰ ਸਤਿਗੁਰੂ ਦੀ ਸ਼ਰਨ ਵਿੱਚ ਆਈ ਹੈ। ਪਛਤਾਵਤ ਕਾਰ ਜੋਰ ਬਖਾਨੀ, ਬੜਾ ਪਛਤਾਵਾ ਕਰਦੀ ਤੇ ਹੱਥ ਜੋੜ ਕੇ ਮਹਾਰਾਜ ਜੀਆਂ ਨੂੰ ਕਹਿਣ ਲੱਗੀ ਹੈ। ਇਹ ਸਭ ਮੰਦ ਨਾ ਮਹਿਮਾ ਜਾਣੀ। ਕਹਿਣ ਲੱਗੀ ਸੱਚੇ ਪਾਤਸ਼ਾਹ ਜੀ, ਮੇਰੇ ਸਾਰੇ ਪਰਿਵਾਰ ਨੇ ਮੰਦੀ ਮੱਤ ਵਾਲਿਆਂ ਨੇ ਤੁਹਾਡੀ ਮਹਿਮਾ ਨਹੀਂ ਜਾਣੀ, ਤੁਹਾਡੇ ਨਾਲ ਵੈਰ ਕੀਤਾ, ਈਰਖਾ ਕੀਤੀ, ਸਾਰੇ ਮਰ ਖੱਪ ਗਏ, ਮੈਂ ਤੇ ਮੇਰਾ ਪੁੱਤਰ ਬਾਕੀ ਬਚੇ ਹਾਂ। ਤੁਮ ਪ੍ਰਤਾਪ ਤੇ ਇਹ ਸਭ ਹੋਏ, ਤੁਹਾਡੀ ਪ੍ਰਤਾਪ ਨਾਲ ਹੀ ਇਹ ਸਾਰਾ ਹੋਇਆ ਤੇ ਸਾਡਾ ਵੀ ਬਚਾ ਤੁਹਾਡੀ ਕਿਰਪਾ ਨਾਲ ਹੀ ਹੋਇਆ ਹੈ। ਕਰੀ ਅਵਗਿਆ ਤੁਮ ਸਭ ਖੋਏ, ਮੈਨੂੰ ਪਤਾ ਹੈ ਕਿ ਤੁਹਾਡੀ ਅਵਗਿਆ ਕਰਨ ਕਰਕੇ, ਨਰਾਦਰੀ ਕਰਕੇ ਉਹਨਾਂ ਨੂੰ ਇਹ ਸਜ਼ਾ ਮਿਲੀ ਹੈ। ਰਹਿਓ ਬਾਲ ਇਹੋ ਅਬਹਿ ਪਛਾਰੀ, ਸੱਚੇ ਪਾਤਸ਼ਾਹ ਜੀ, ਸਾਡੀ ਕੁਲ ਵਿੱਚੋਂ ਇਹ ਬੱਚਾ ਹੀ ਬਾਕੀ ਰਹਿ ਗਿਆ ਹੈ। ਰੱਖੋ ਕਿਰਪਾ ਕਰੋ ਸੁਖਕਾਰੀ, ਕਿਰਪਾ ਕਰਕੇ ਸਾਨੂੰ ਸੁਖ ਦਿਓ, ਇਸ ਬਾਲਕ ਦੀ ਜ਼ਿੰਦਗੀ ਬਚ ਜਾਏ, ਕਿਰਪਾ ਕਰ ਦਿਓ ਜੀ। ਇਨਹੁ ਕਰਿਓ ਜਸ ਤਸ ਫਲ ਪਾਇਓ, ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਤੁਹਾਡੇ ਨਾਲ ਈਰਖਾ ਕੀਤੀ ਉਹਨਾਂ ਨੇ ਫਲ ਪਾ ਲਿਆ ਹੈ। ਸਾਡਾ ਕੀ ਕਸੂਰ ਹੈ, ਇਸ ਬੱਚੇ ਦਾ ਕੀ ਕਸੂਰ ਹੈ, ਸਾਡੇ ਤੇ ਬਖਸ਼ਿਸ਼ ਕਰ ਦਿਓ, ਤਰਸ ਖਾਓ ਜੀ। ਬਰਾਬਰ ਕੀ ਸ਼ਰਣੀ ਆਇਓ, ਹੁਣ ਅਸੀਂ ਆਪ ਜੀ ਦੀ ਸ਼ਰਨ ਆ ਗਏ ਹਾਂ ਸੱਚੇ ਪਾਤਸ਼ਾਹ ਜੀਓ। ਸੰਤ ਪ੍ਰਸੰਨ ਸਦਾ ਉਪਕਾਰੀ, ਔਰ ਸੰਤ ਮਹਾਤਮਾ ਸਤਿਗੁਰੂ ਜੀ ਤਾਂ ਸਦਾ ਹੀ ਪਰਉਪਕਾਰੀ ਹੁੰਦੇ ਹਨ। ਕਰੇ ਬੁਰੇ ਕੋ ਭਲਾ ਵਿਚਾਰੀ, ਜਿਹੜਾ ਬੁਰਾ ਵੀ ਕਰੇ ਗੁਰੂ ਨਾਲ, ਮਹਾਤਮਾ ਮਹਾਂਪੁਰਖ ਨਾਲ, ਤੇ ਗੁਰੂ ਸਾਹਿਬ ਮਹਾਤਮਾ ਮਹਾਂਪੁਰਖ ਤਾਂ ਉਹਦਾ ਵੀ ਭਲਾ ਹੀ ਕਰਦੇ ਨੇ ਨਾ। ਇਸ ਕਰਕੇ ਸੱਚੇ ਪਾਤਸ਼ਾਹ ਜੀ, ਅਸੀਂ ਭਲਾ ਚਾਹੁੰਦੇ ਆ, ਸਾਡੇ ਤੇ ਕਿਰਪਾ ਕਰ ਦਿਓ ਜੀ। ਸੁਨ ਪ੍ਰਭ ਨੇ ਕਰੁਣਾ ਕਰ ਰਾਖਿਓ, ਕਿਰਪਾ ਦੇ ਘਰ ਵਿੱਚ ਆ ਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮਾਈ ਇਸ ਨੂੰ ਕੁਝ ਨਹੀਂ ਹੋਵੇਗਾ। ਇਹ ਬਚਨ ਮਹਾਰਾਜ ਜੀ ਨੇ ਮਿਹਰ ਦੇ ਘਰ ਵਿੱਚ ਆ ਕੇ ਕਹਿ ਦਿੱਤੇ ਹਨ। ਇਸ ਦੇ ਬੰਸ ਬਿਰਧ ਹੈ ਤਉ ਮਹਾਰਾਜ ਭਾਖਿਓ, ਕਹਿਣ ਲੱਗੇ ਕਿ ਇਸ ਬੱਚੇ ਤੋਂ ਹੀ ਤੁਹਾਡੀ ਫਿਰ ਬੰਸ ਵੱਧ ਜਾਏਗੀ। ਦੇਖੋ ਫਿਰ ਬਖਸ਼ਿਸ਼ ਵੀ ਕਿੰਨੀ ਜਲਦੀ ਕਰ ਦਿੱਤੀ ਹੈ। ਮਹਾਰਾਜ ਕਹਿੰਦੇ ਮਾਈ ਤੂੰ ਚਿੰਤਾ ਨਾ ਕਰ, ਤੇਰੀ ਇਹ ਅੰਸ ਬੰਸ ਇਸ ਬੱਚੇ ਤੋਂ ਫਿਰ ਚਲਦੀ ਰਹੇਗੀ। ਭਈ ਪ੍ਰਸੰਨ ਸੋ ਗ੍ਰਹਿ ਕੋ ਗਈ, ਇਉਂ ਕਹਿੰਦੇ ਪ੍ਰਸੰਨ ਹੋ ਕੇ ਉਹ ਮਾਈ ਜਿਹੜੀ ਆਪਣੇ ਘਰ ਨੂੰ ਚਲੇ ਆਈ ਹੈ। ਕਰੀ ਅਵਗਿਆ ਸੋ ਪ੍ਰਭ ਸੋ ਬਖਸ਼ਈ, ਕਹਿੰਦੇ ਜੋ ਗੋਂਦੇ ਦੇ ਆਉਣ ਵਾਲੀ ਔਲਾਦ ਨੇ ਸਤਿਗੁਰਾਂ ਦੀ ਅਵਗਿਆ ਜਾਂ ਨਰਾਦਰੀ ਕੀਤੀ, ਉਹ ਨਰਾਦਰੀ ਦਾ ਫਲ ਭਾਵੇਂ ਉਹਨਾਂ ਨੇ ਭੁਗਤ ਲਿਆ ਹੈ, ਪਰ ਉਹਨਾਂ ਦੇ ਵਿੱਚੋਂ ਉਹਨਾਂ ਦੀ ਇੱਕ ਇਸਤਰੀ ਔਰ ਬੱਚੇ ਨੂੰ ਲੈ ਕੇ ਉਹ ਇਸਤਰੀ ਜਿਹੜੀ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਆਈ, ਆ ਕੇ ਬੇਨਤੀਆਂ ਕੀਤੀਆਂ। ਸੱਚੇ ਪਾਤਸ਼ਾਹ ਜੀ ਮਿਹਰ ਦੇ ਘਰ ਵਿੱਚ ਆਏ, ਸਤਿਗੁਰਾਂ ਨੇ ਬਖਸ਼ ਲਿਆ, ਕਿਰਪਾ ਕਰ ਦਿੱਤੀ। ਇਉਂ ਕਹਿੰਦੇ ਆਪਣੀ ਕੁੱਲ ਨੂੰ ਬਖਸ਼ਾ ਕੇ ਮਹਾਰਾਜ ਜੀਆਂ ਦੇ ਕੋਲੋਂ ਬਖਸ਼ਿਸ਼ਾਂ ਲੈ ਕੇ ਵਾਪਸ ਗਈ, ਔਰ ਇਸੇ ਤਰ੍ਹਾਂ ਉਸ ਦੀ ਜਿਹੜੀ ਕੁੱਲ ਹੈ ਸੰਸਾਰ ਵਿੱਚ ਫਿਰ ਪ੍ਰਫੁੱਲਤ ਹੋ ਗਈ। ਇੱਥੇ ਇਸ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਪਹਿਲੀ ਰਾਸ ਦਾ ਸਾਧ ਸੰਗਤ ਜੀ 61 ਨੰਬਰ ਅਧਿਆਇ ਸੰਪੂਰਨ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰੂ ਚਰਨਾਂ 'ਚ ਹਾਜ਼ਰੀ ਭਰਦੇ ਆ। ਜੋ ਪੜ੍ਹਿਆ, ਜੋ ਸੁਣਿਆ, ਜੋ ਸੁਣਾਇਆ ਸਾਡੇ ਹਿਰਦੇ ਵਸੇ। ਸਤਿਗੁਰੂ ਸਾਹਿਬਾਂ ਤੇ ਬਾਣੀ ਬਾਣੇ ਤੇ ਸਾਡਾ ਨਿਸ਼ਚਾ ਬਣੇ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਸੰਗਤ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨੂੰ, ਗੁਰੂ ਕੇ ਸਿੱਖਾਂ ਦੇ ਜੀਵਨ ਨੂੰ ਇਸ ਲਾਸਾਨੀ ਇਤਿਹਾਸ ਦੁਆਰਾ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਰਹੀਏ। ਇਹ ਦਾਤ ਸਤਿਗੁਰੂ ਜੀ ਸਾਡੀ ਝੋਲੀ ਪਾਉਣ। ਸਤਿਗੁਰੂ ਜੀ ਕਿਰਪਾ ਕਰਨ। ਵਿਚਾਰ ਕਰਦਿਆਂ ਹੋਈਆਂ ਸਮੂਹ ਭੁੱਲਾਂ ਦੀ ਸਾਧ ਸੰਗਤ ਜੀ ਖਿਮਾ ਦੇਣੀ, ਅੱਗੇ ਤੋਂ ਸਮਤ ਬਖਸ਼ਣੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਇਸ ਅਧਿਆਇ ਦੀਆਂ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ। ਭਾਈ ਪ੍ਰਸੰਨ ਸੋ ਗ੍ਰਹਿ ਕੋ ਗਈ, ਕਰੀ ਅਵਗਿਆ ਸੋ ਬਖਸ਼ਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਨਨਾਥ ਅਨਾਥ ਸਕੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਅੰਧਕੂਪ ਮਹਾਪਿਆਨ, ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਜੀ